Hello student, today our topic is underground cables. Under this topic we will discuss constructional feature of underground cable HT and LT, हाई टेंशन ਤੇ लो टेंशन केबल्स ਦੇ ਜਿਹੜੇ ਫੀਚਰਸ ਨੇ ਉਹ ਆਪਾਂ ਡਿਸਕਸ ਕਰਨੇ ਆ ਤੇ ਦੂਜਾ ਕਰਨਾ ਹੈਗਾ ਕੰਪੈਰੀਜ਼ਨ ਬਿਟਵੀਨ ਓਵਰਹੈਡ ਐਂਡ ਅੰਡਰਗਰਾਉਂਡ ਸਿਸਟਮ। ਵੀ ਇੱਕ ਓਵਰਹੈਡ ਸਿਸਟਮ ਆਪਾਂ ਪੜ੍ਹ ਲਿਆ ਜਿਹੜਾ ਟੋਟਲ ਸਾਰਾ, ਤੇ ਇੱਕ ਅੰਡਰਗਰਾਉਂਡ ਸਿਸਟਮ ਦਾ ਇਹਨਾਂ ਦੋਨਾਂ ਦੇ ਵਿੱਚ ਕੀ ਫਾਇਦੇ ਤੇ ਕੀ ਨੁਕਸਾਨ ਹੈਗੇ ਆ ਕੰਪੇਅਰ ਕਰਨਾ ਆਪਾਂ। ਠੀਕ ਹੈ, ਹੁਣ ਦੇਖੋ ਪਹਿਲਾ ਆਪਾਂ ਪੜ੍ਹਦੇ ਹਾਂ ਰਿਕੁਆਇਰਮੈਂਟਸ ਆਫ ਅੰਡਰਗਰਾਉਂਡ ਕੇਬਲਸ। मतलब अंडरग्राउंड केबल ਦੀਆਂ ਕੀ ਰਿਕੁਆਇਰਮੈਂਟਸ ਹੋ ਸਕਦੀਆਂ ਹੈਗੀਆਂ ਆਪਾਂ ਨੂੰ, ਜੋ ਅੰਡਰਗਰਾਉਂਡ ਕੇਬਲਸ ਜਿਹੜੀਆਂ ਜੇ ਆਪਾਂ ਬਣਾਉਣੀਆਂ ਹੋਣ ਜਾਂ ਆਪਾਂ ਨੂੰ ਲੋੜ ਹੋਵੇ ਉਹਦਾ ਦੀ, ਤਾਂ ਆਪਾਂ ਕਿਸ ਤਰ੍ਹਾਂ ਉਹਦੀ ਰਿਕੁਆਇਰਮੈਂਟਸ ਨੂੰ ਪੂਰਾ ਕਰਨਾ ਹੈਗਾ। ਉਹਦੇ ਵਿੱਚ ਪਹਿਲਾ ਹੈ ਕੰਡਕਟਰਸ। ਜਿਹੜੇ ਅੰਡਰਗਰਾਉਂਡ ਕੇਬਲ ਦੇ ਵਿੱਚ ਕੰਡਕਟਰ ਚੱਲਦਾ ਹੈਗਾ ਉਹ ਕਿਹੋ ਜਿਹਾ ਆਪਾਂ ਸਿਲੈਕਟ ਕਰਨਾ, ਕਿ ਐਲੂਮੀਨੀਅਮ ਕੰਡਕਟਰ ਲੈਣਾ ਆ, ਕਿ ਕਾਪਰ ਕੰਡਕਟਰ ਲੈਣਾ ਆ, ਕਿ ਸਿੰਗਲ ਕੰਡਕਟਰ ਕੇਬਲ ਲੈਣੀ ਆ, ਕਿ ਡਬਲ ਕੰਡਕਟਰ ਕੇਬਲ ਲੈਣੀ ਆ, ਕਿ ਸਟੈਂਡਰਡ ਕੰਡਕਟਰ ਕੇਬਲ ਲੈਣੀ ਆ, ਕਿ ਸੋਲਿਡ ਕੰਡਕਟਰ। ਮਤਲਬ ਅਕੋਰਡਿੰਗ ਟੂ ਰਿਕੁਆਇਰਮੈਂਟ ਕੰਡਕਟਰ ਸਾਨੂੰ ਕਿਹੋ ਚਾਹੀਦਾ, ਪਹਿਲੀ ਰਿਕੁਆਇਰਮੈਂਟ ਸਾਡੀ ਇਹ ਹੋਏਗੀ। ਅਤੇ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਜਿਹੜੀ ਸਾਡੀ ਰਿਕੁਆਇਰਮੈਂਟ ਹੈ ਇੰਸੂਲੇਸ਼ਨ। ਜਿਹੜਾ ਇੰਸੂਲੇਸ਼ਨ ਹੈ ਉਸ ਕੇਬਲ ਦਾ ਉਹ ਕਿਹੋ ਜਿਹਾ ਹੋਣਾ ਚਾਹੀਦਾ। ਦੇਖੋ ਕਹਿੰਦਾ ਟੂ ਇੰਸੂਲੇਟ ਦਾ ਕੰਡਕਟਰ ਫਰੋਮ ਡਾਇਰੈਕਟ ਕੰਟੈਕਟ ਔਰ ਕੰਟੈਕਟ ਵਿਦ ਅਰਥ। ਮਤਲਬ ਕੇਬਲ ਜਿਹੜੀ ਆ ਆਪਾਂ ਅੰਡਰਗਰਾਊਂਡ ਪਾਉਣੀ ਆ, ਹੁਣ ਉਹ ਕੇਬਲ ਦੀ ਡਾਇਰੈਕਟ ਕੰਟੈਕਟ ਤਾਂ ਚਲੋ ਬਹੁਤ ਘੱਟ ਹੁੰਦਾ ਹੈ, ਫਿਰ ਵੀ ਡਾਇਰੈਕਟ ਕੰਟੈਕਟ ਹੋ ਸਕਦਾ ਕਿਸੇ ਮਤਲਬ ਹਿਊਮਨ ਬੀਇੰਗ ਦਾ ਹੱਥ ਲੱਗ ਜਾਵੇ ਜਾਂ ਕੁਛ, ਉਹਦੇ ਲਈ ਆਪਾਂ ਇੰਸੂਲੇਸ਼ਨ ਪ੍ਰੋਵਾਈਡ ਕਰਨੀ ਹੈਗੀ ਆ। ਅਤੇ ਉਸ ਤੋਂ ਵੀ ਇੰਪੋਰਟੈਂਟ ਹੈਗੀ ਆ ਕੰਟੈਕਟ ਵਿਦ ਅਰਥ, ਕਿ ਉਹ ਸਾਡੀ ਕੇਬਲ ਅਰਥ ਦੇ ਨਾਲ ਜੁੜ ਜਾਵੇ ਜਿੱਥੇ, ਕਿਉਂਕਿ ਆਪਾਂ ਅੰਡਰਗਰਾਊਂਡ ਪਾਉਣੀ ਆ, ਕੋਈ ਵੀ ਕੰਡਕਟਰ ਜਿਹੜਾ ਅਰਥ ਨਾ ਹੋ ਜਾਵੇ, ਇਸ ਕਰਕੇ ਸਾਡੀ ਇੰਸੂਲੇਸ਼ਨ ਜਿਹੜੀ ਆ ਉਹ ਵੀ ਉਹ ਪ੍ਰੋਪਰ ਹੋਣੀ ਚਾਹੀਦੀ ਹੈ। ਇਹ ਦੋ ਰਿਕੁਆਇਰਮੈਂਟਸ ਜਿਹੜੀਆਂ ਮੇਨ ਆਪਣੀਆਂ ਅੰਡਰਗਰਾਊਂਡ ਕੇਬਲ ਦੀਆਂ ਦੋ ਰਿਕੁਆਇਰਮੈਂਟਸ ਜਿਹੜੀਆਂ ਮੇਨ ਆ। ਉਸ ਤੋਂ ਬਾਅਦ ਕਹਿੰਦਾ ਰਿਕੁਆਇਰਮੈਂਟਸ ਆਫ ਅੰਡਰਗਰਾਊਂਡ ਕੇਬਲ ਦੇ ਵਿੱਚ ਇਹ ਪਾਰਟ ਦੇਖੋ ਕੀ ਕਹਿੰਦਾ, ਦੇ ਕੰਡਕਟਰ ਯੂਜ਼ਡ ਇਨ ਕੇਬਲ ਸ਼ੁੱਡ ਬੀ ਟੈਂਡ ਸਟੈਂਡਰਡ ਕਾਪਰ ਔਰ ਐਲੂਮੀਨੀਅਮ ਆਫ ਹਾਈ ਕੰਡਕਟਿਵਿਟੀ। ਮਤਲਬ ਜਿਹੜੀ ਉਹਦੀ ਕੰਡਕਟਿਵਿਟੀ ਹਾਈ ਹੋਣੀ ਚਾਹੀਦੀ ਆ। ਉਹਦੇ ਲਈ ਆਪਾਂ ਕਾਪਰ ਕੰਡਕਟਰ ਵੀ ਯੂਜ਼ ਕਰ ਸਕਦੇ ਹਾਂ ਅਤੇ ਐਲੂਮੀਨੀਅਮ ਕੰਡਕਟਰ ਵੀ ਯੂਜ਼ ਕਰ ਸਕਦੇ ਹਾਂ। ਸੈਕਿੰਡ ਬੀ ਪਾਰਟ ਕਹਿੰਦਾ ਦਾ ਕੰਡਕਟਰ ਸਾਈਜ਼ ਸ਼ੁੱਡ ਬੀ ਸੱਚ ਦੈਟ ਕੇਬਲ ਕੈਰੀਜ਼ ਦਾ ਡਿਜ਼ਾਇਰਡ ਲੋਡ ਕਰਨ ਵਿਦਾਊਟ ਓਵਰ ਹੀਟਿੰਗ। ਮਤਲਬ ਓਵਰ ਹੀਟਿੰਗ, ਦੇਖੋ ਓਵਰ ਹੀਟਿੰਗ ਬਹੁਤ ਜ਼ਰੂਰੀ, ਕੰਡਕਟਰ ਦੇ ਵਿੱਚ ਓਵਰ ਹੀਟਿੰਗ ਨਹੀਂ ਹੋਣੀ ਚਾਹੀਦੀ ਇੰਸੂਲੇਸ਼ਨ ਕੇਬਲਸ ਦੇ, ਕਿਉਂਕਿ ਇਹ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਮੱਸਿਆ ਕੀ ਹੈ ਕਿ ਇਹ ਅੰਡਰਗਰਾਊਂਡ ਜ਼ਮੀਨ ਦੇ ਅੰਦਰ ਕੇਬਲ ਜਾ ਰਹੀ ਹੈ, ਅੰਦਰ ਹੀਟ ਹੋਈ ਜਾ ਰਹੀ ਹੈ, ਸਾਨੂੰ ਪਤਾ ਨਹੀਂ ਲੱਗੇਗਾ। ਇੱਕ ਕੰਡਕਟਰਸ ਜਿਹੜੇ ਆ ਅੰਡਰਗਰਾਊਂਡ ਕੇਬਲਸ ਦੇ ਵਿੱਚ ਆਪਸ ਬਹੁਤ ਲਾਗੇ ਜੁੜੇ ਹੁੰਦੇ ਹਨ। ਠੀਕ ਹੈ, ਜੁੜੇ ਹੋਣ ਕਰਕੇ ਬੇਸ਼ੱਕ ਵਿੱਚ ਇੰਸੂਲੇਸ਼ਨ ਪ੍ਰੋਵਾਈਡ ਕੀਤੀ ਆ, ਲੇਕਿਨ ਜੇਕਰ ਉਹ ਹੀਟ ਅਪ ਹੁੰਦੀ ਰਹੇਗੀ ਹੌਲੀ ਹੌਲੀ ਕੇ ਉਹਨਾਂ ਦੀ ਇਚਿੰਗ ਹੋ ਕੇ ਉਹ ਜਿਹੜਾ ਕੰਡਕਟਰ ਆ ਉਹਦੀ ਇੰਸੂਲੇਸ਼ਨ ਖਤਮ ਹੋ ਜਾਏਗੀ ਅਤੇ ਸ਼ਾਰਟ ਸਰਕਟ ਹੋ ਜਾਏਗਾ। ਇਸ ਕਰਕੇ ਇਹ ਚੀਜ਼ ਆਪਾਂ ਮਾਈਂਡ ਦੇ ਵਿੱਚ ਰੱਖਣੀ ਕਿ ਓਵਰ ਹੀਟਿੰਗ ਨਹੀਂ ਹੋਣੀ ਚਾਹੀਦੀ, ਕੰਡਕਟਰ ਸਾਈਜ਼ ਇਹੋ ਜਿਹਾ ਹੋਣਾ ਚਾਹੀਦਾ। ਉਸ ਤੋਂ ਬਾਅਦ ਵੋਲਟੇਜ ਡ੍ਰੌਪ ਵਿਦਿਨ ਪਰਮਿਸਿਬਲ ਲਿਮਿਟਸ, ਅਤੇ ਜਿਹੜੀਆਂ ਵੋਲਟੇਜ ਡ੍ਰੌਪਸ ਆ ਉਹ ਵੀ ਘੱਟ ਤੋਂ ਘੱਟ ਹੋਣੀਆਂ ਚਾਹੀਦੀਆਂ। ਕੰਡਕਟਰ ਜਿਹੜਾ ਇਹੋ ਜਿਹਾ ਹੋਣਾ ਚਾਹੀਦਾ ਹੈਗਾ। ਉਸ ਤੋਂ ਬਾਅਦ ਕਹਿੰਦਾ ਸੀ ਪੁਆਇੰਟ ਕੀ ਹੈ, ਦਾ ਕੇਬਲ ਮਸਟ ਹੈਵ ਪ੍ਰੋਪਰ ਥਿਕਨੈਸ ਆਫ ਇੰਸੂਲੇਸ਼ਨ ਇਨ ਆਰਡਰ ਟੂ ਗਿਵ ਹਾਈ ਡਿਗਰੀ ਆਫ ਸੇਫਟੀ ਐਂਡ ਰਿਲਾਇਬਿਲਿਟੀ ਐਟ ਦਾ ਵੋਲਟੇਜ ਫॉर ਵਿਚ ਇਟ ਇਜ਼ ਡਿਜ਼ਾਈਨਡ। ਮਤਲਬ ਇੰਸੂਲੇਸ਼ਨ ਜਿਹੜੀ ਆ ਵੋਲਟੇਜ 'ਤੇ ਡਿਪੈਂਡ ਕਰਦੀ, ਕਿੰਨੀ ਵੋਲਟੇਜ 'ਤੇ ਆਪਾਂ ਕੇਬਲ ਨੂੰ ਡਿਜ਼ਾਈਨ ਕੀਤਾ ਉਹਦੇ ਲਈ ਉਨੇ ਥਿਕਨੈਸ ਦੀ ਜਿਹੜੀ ਆ ਉਹਦੀ ਇੰਸੂਲੇਸ਼ਨ ਸਾਨੂੰ ਪ੍ਰੋਵਾਈਡ ਕਰਨੀ ਪਏਗੀ, ਸੇਫਟੀ ਲਈ ਵੀ ਅਤੇ ਉਹਦੀ ਵੋਲਟੇਜ ਦੀ ਰਿਲਾਇਬਿਲਿਟੀ, ਮਤਲਬ ਸੇਫਟੀ ਅਤੇ ਰਿਲਾਇਬਿਲਿਟੀ ਦੋਨੋਂ ਚੀਜ਼ਾਂ ਜਿਹੜੀਆਂ ਮਾਈਂਡ 'ਚ ਰੱਖ ਕੇ ਤਾਂ ਵੋਲਟੇਜ ਨੂੰ ਮਾਈਂਡ 'ਚ ਰੱਖ ਕੇ ਆਪਾਂ ਇੰਸੂਲੇਸ਼ਨ ਜਿਹੜੀ ਉਹ ਡਿਸਾਈਡ ਕਰਦੇ ਹਾਂ ਕਿੱਦਾਂ ਦੀ ਸਾਨੂੰ ਇੰਸੂਲੇਸ਼ਨ ਚਾਹੀਦੀ ਹੈਗੀ ਆ। ਡੀ ਪੁਆਇੰਟ ਕਹਿੰਦਾ ਦ ਕੇਬਲ ਮਸਟ ਬੀ ਪ੍ਰੋਵਾਈਡਡ ਵਿਦ ਸੂਟੇਬਲ ਮਕੈਨੀਕਲ ਪ੍ਰੋਟੈਕਸ਼ਨ ਟੂ ਵਿਸਟੈਂਡ ਦਾ ਰਫ ਯੂਜ਼ ਇਨ ਲੇਇੰਗ ਇਟ। ਹੁਣ ਮਤਲਬ ਕੇਬਲ ਕਹਿੰਦਾ ਮਤਲਬ ਆਪਾਂ ਨੂੰ ਰਫ ਯੂਜ਼ ਕਰਨਾ। ਦੇਖੋ ਅੱਜ ਕੱਲ੍ਹ ਨਾ ਇੱਕ ਫਾਈਬਰ ਕੇਬਲਸ ਆਈਆਂ ਹੈਗੀਆਂ, ਜਿਹੜੀਆਂ ਫਾਈਬਰ ਕੇਬਲਸ ਹੈ ਨਾ ਉਹ ਬੜੀਆਂ ਸੈਂਸਿਟਿਵ ਜਿਹੀਆਂ ਹੁੰਦੀਆਂ ਨੂੰ, ਆਪਾਂ ਇਹ ਨਹੀਂ ਉਹਨੂੰ ਰਫ ਐਂਡ ਟਫ ਜਿੱਦਾਂ ਮਰਜ਼ੀ ਮਰੋੜ ਲਓ ਤਰੋੜ ਲਓ ਇੱਧਰ ਨੂੰ ਕਰ ਦਿਓ ਉੱਧਰ ਨੂੰ, ਨਹੀਂ, ਉਹ ਗਲਾਸ ਹੁੰਦਾ ਉਹਦੇ ਵਿੱਚ, ਅਤੇ ਉਹ ਗਲਾਸ ਜਿਹੜਾ ਫਾਈਬਰ ਆ ਉਹ ਟੁੱਟ ਜਾਂਦਾ, ਇਸ ਕਰਕੇ ਸਾਡੀ ਕੇਬਲ ਖਰਾਬ ਹੋ ਜਾਂਦੀ। ਮਤਲਬ ਮਕੈਨੀਕਲੀ ਸਟਰੋਂਗ ਕਰਨ ਲਈ ਉਸ ਕੇਬਲ ਦੀ ਗੱਲ ਨਹੀਂ ਕਰਦੇ ਆਪਾਂ, HT ਅਤੇ LT ਦੀ ਕੇਬਲ ਕਰਦੇ ਇਹਨੂੰ ਸਟਰੋਂਗ ਕਰਨ ਲਈ ਸਾਨੂੰ ਮਕੈਨੀਕਲ ਪ੍ਰੋਟੈਕਸ਼ਨ ਵੀ ਦੇਣੀ ਪੈਂਦੀ ਹੈਗੀ ਆ, ਤਾਂ ਕਿ ਅਸੀਂ ਉਹਨੂੰ ਜਿੱਦਾਂ ਮਰਜ਼ੀ ਰਫ ਐਂਡ ਟਫ ਯੂਜ਼ ਕਰ ਸਕੀਏ। ਲਾਸਟ ਪੁਆਇੰਟ ਹੈ ਈ, the material used in manufacture of cable should be such that there is complete chemical and physical stability throughout। ਮਤਲਬ ਜਿਹੜਾ ਮਟੀਰੀਅਲ ਵੀ ਇਹੋ ਜਿਹਾ ਹੋਣਾ ਚਾਹੀਦਾ ਕੇਬਲ ਦਾ, ਜਿਹੜੇ ਮੈਨੂਫੈਕਚਰ ਜਿਹੜਾ ਮਟੀਰੀਅਲ ਹੈ ਉਹ ਇੱਦਾਂ ਦਾ ਹੋਣਾ ਚਾਹੀਦਾ ਹੈ ਕਿ ਉਹ ਕੈਮੀਕਲੀ ਵੀ ਸਟਰੋਂਗ ਹੋਵੇ, ਕਿ ਕਿਉਂਕਿ ਆਪਾਂ ਜ਼ਮੀਨ ਦੇ ਵਿੱਚ ਉਹਨੂੰ ਪਾਉਣਾ ਹੋ ਸਕਦਾ ਰਫ ਐਂਡ ਟਫ ਯੂਜ਼ ਕਰਕੇ ਸਾਨੂੰ ਕਈ ਵਾਰੀ ਸਿੱਧਾ ਜ਼ਮੀਨ 'ਚ ਕੇਬਲ ਜਿਹੜੀ ਪਾਉਣੀ ਪਵੇ, ਨਹੀਂ ਤਾਂ ਆਪਾਂ ਲੇਇੰਗ ਪ੍ਰੋਪਰ ਕਰਦੇ ਹਾਂ ਕੇਬਲਸ ਦੀ, ਬਟ ਕਈ ਵਾਰੀ ਮੰਨ ਲਓ ਕਿ ਆਪਾਂ ਨੂੰ ਸਿੱਧਾ ਮਿੱਟੀ 'ਚ ਦੱਬਣਾ ਪਵੇ ਤਾਂ ਸਾਡੀ ਕੇਬਲ ਇੱਦਾਂ ਦੀ ਹੋਵੇ ਕਿ ਉਹਨੂੰ ਕੈਮੀਕਲੀ ਰਿਐਕਟ ਕਰ ਜਾਵੇ ਤਾਂ ਸਾਰੀ ਕੇਬਲ ਸਾਡੀ
ਖਰਾਬ ਹੋ ਜਾਣੇ। ਕਹਿੰਦਾ ਉਹ ਫਿਜ਼ੀਕਲੀ ਤੇ ਕੈਮੀਕਲੀ ਵੀ ਉਹਦੀ ਸਟਰੈਂਥ ਜਿਹੜੀ ਆ ਉਹ ਹੋਣੀ ਚਾਹੀਦੀ ਆ, ਉਹ ਸਟਰੋਂਗ ਹੋਣੀ ਚਾਹੀਦੀ ਆ। ਇਸ ਤਰ੍ਹਾਂ ਇਹ ਰਿਕੁਆਇਰਮੈਂਟਸ ਹੁੰਦੀਆਂ ਆਪਣੀਆਂ ਜੋ ਆਪਾਂ ਕੇਬਲ ਜਿਹੜੀ ਯੂਜ਼ ਕਰਨੀ ਹੈਗੀ ਆ। ਨੈਕਸਟ ਹੈ ਹੁਣ ਦੇਖੋ ਕਲਾਸੀਫਿਕੇਸ਼ਨ ਆਫ ਕੇਬਲਸ। ਕੇਬਲਸ ਜਿਹੜੀਆਂ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਇਹਦੇ ਵਿੱਚ ਆਪਾਂ ਪੜ੍ਹਦੇ ਦੇਖੋ ਕੱਲੀ ਕੱਲੀ। ਪਹਿਲਾ ਕਹਿੰਦਾ ਲੋ ਟੈਂਸ਼ਨ ਕੇਬਲ, ਬਿਲਕੁਲ ਲੋ ਵੋਲਟੇਜ ਵਾਲੀ ਕੇਬਲ ਜਿਹੜੀ ਆ। these have a maximum voltage handling capacity of 1000 ਵੋਲਟ, 1 ਕਿਲੋ ਵੋਲਟ ਤੱਕ ਆਪਾਂ ਇਹਨੂੰ ਯੂਜ਼ ਕਰ ਸਕਦੇ। ਜਿਹੜੀ ਲੋ ਟੈਂਸ਼ਨ ਕੇਬਲ ਹੁੰਦੀ ਜਿਹਨੂੰ ਕਿ ਆਪਾਂ ਕਹਿ ਸਕਦੇ ਆਪਾਂ 440/220 ਵੋਲਟ ਲਈ ਯੂਜ਼ ਕਰਦੇ ਆ, ਠੀਕ ਹੈ। ਸੈਕੰਡਰੀ ਡਿਸਟਰੀਬਿਊਸ਼ਨ ਲਈ ਜਿਹੜੀ ਕੇਬਲ ਆਪਾਂ ਅਗਰ ਯੂਜ਼ ਕਰੀਏ ਉਹ ਜਿਹੜੀ ਹੈ ਉਹਨੂੰ ਕੇਬਲ ਨੂੰ ਆਪਾਂ ਕਹਿੰਦੇ ਆ ਲੋ ਟੈਂਸ਼ਨ ਕੇਬਲਸ। ਉਸ ਆ ਗਈਆਂ ਹਾਈ ਟੈਂਸ਼ਨ ਕੇਬਲਸ। ਇਹਦੇ ਵਿੱਚ ਕਹਿੰਦਾ ਦੀਜ਼ ਹੈਵ ਮੈਕਸਿਮਮ ਵੋਲਟੇਜ ਹੈਂਡਲਿੰਗ ਕੈਪੈਸਿਟੀ ਆਫ 11 kV। ਜੇ ਆਪਾਂ 11 kV ਤੱਕ ਜਿਹੜੀ ਕੇਬਲ ਯੂਜ਼ ਕਰਦੇ 1000 ਤੋਂ ਉੱਪਰ 11 kV ਤੱਕ ਆ ਜਾਂਦੇ ਆ ਤਾਂ ਉਹ ਬਣ ਜਾਂਦੀ ਹੈ ਹਾਈ ਟੈਂਸ਼ਨ। ਉਸ ਤੋਂ ਬਾਅਦ ਹੁੰਦੀ ਹੈ ਸੁਪਰ ਟੈਂਸ਼ਨ ਕੇਬਲ। ਸੁਪਰ ਟੈਂਸ਼ਨ ਕੇਬਲ ਹੁੰਦੀ ਹੈ 33 kV ਤੱਕ। ਦੇਖੋ 33 kV ਤੱਕ ਜਿਹੜੀ ਵੋਲਟੇਜ ਆਪਾਂ ਅਗਰ ਯੂਜ਼ ਕਰਦੇ ਹਾਂ ਤਾਂ ਉਹਨੂੰ ਆਪਾਂ ਸੁਪਰ ਟੈਂਸ਼ਨ ਕੇਬਲ ਸਾਨੂੰ ਯੂਜ਼ ਕਰਨੀਆਂ ਪੈਣਗੀਆਂ। ਉਸ ਤੋਂ ਬਾਅਦ ਐਕਸਟਰਾ ਹਾਈ ਟੈਂਸ਼ਨ ਕੇਬਲਸ ਇਹਦੇ ਵਿੱਚ ਆ ਜਾਂਦੀ ਹੈ ਦੇਖੋ 66 ਕਿਲੋ ਵੋਲਟ। ਹੁਣ 66 ਕਿਲੋ ਵੋਲਟ ਅਗਰ ਕਿਤੇ ਮਤਲਬ ਆਪਾਂ ਸਬ ਸਟੇਸ਼ਨ ਲੱਗਾ ਹੋਇਆ ਉਹਦੇ 'ਚ ਆਪਾਂ ਨੂੰ ਅੰਡਰਗਰਾਊਂਡ ਸਪਲਾਈ ਜਿਹੜੀ ਆ ਮੇਨ ਯਾਰ ਚੋਂ ਪੈਨਲ ਅੰਦਰ ਕੰਟਰੋਲ ਪੈਨਲ ਦੇ ਉੱਤੇ ਤੱਕ ਲੈ ਕੇ ਆਉਣੀ ਪੈਂਦੀ ਆ। ਤਾਂ ਉਹਦੇ ਲਈ ਆਪਾਂ ਅਗਰ ਕੋਈ ਕੇਬਲਸ ਯੂਜ਼ ਕਰਨੀਆਂ ਤਾਂ ਉਹ 66 kV ਅਗਰ ਵੋਲਟੇਜ ਆ ਤਾਂ ਸਾਨੂੰ ਐਕਸਟਰਾ ਹਾਈ ਟੈਂਸ਼ਨ ਕੇਬਲਸ ਜਿਹੜੀਆਂ ਉਹ ਯੂਜ਼ ਕਰਨੀਆਂ ਪੈਣਗੀਆਂ। ਇੱਦਾਂ ਹੀ ਐਕਸਟਰਾ ਸੁਪਰ ਵੋਲਟੇਜ ਕੇਬਲ ਜਿਹੜੀ ਆ ਇਹ ਕਹਿੰਦਾ ਦੀਜ਼ ਆਰ ਯੂਜ਼ ਫॉर ਐਪਲੀਕੇਸ਼ਨ ਵਿਦ ਵੋਲਟੇਜ ਰਿਕੁਆਇਰਮੈਂਟ ਅਬਵ 132। ਹੁਣ 132 kV ਤੋਂ ਉੱਪਰ ਅਗਰ ਕੋਈ ਕੇਬਲ ਆਪਾਂ ਯੂਜ਼ ਕਰਦੇ ਆ ਤਾਂ ਉਹਨੂੰ ਆਪਾਂ ਕਹਿੰਦੇ ਐਕਸਟਰਾ ਸੁਪਰ ਵੋਲਟੇਜ ਕੇਬਲਸ। ਦੇਖੋ ਇਹ ਕੇਬਲਸ ਦੇ ਆਪਾਂ ਟਰਾਂਸਮਿਸ਼ਨ ਜਾਂ ਡਿਸਟਰੀਬਿਊਸ਼ਨ ਨਹੀਂ ਕਰਦੇ ਹੈਗੇ। ਜਿਹੜੀ ਮਤਲਬ ਹਾਈ ਟੈਂਸ਼ਨ ਕੇਬਲ ਜਾਂ ਸੁਪਰ ਟੈਂਸ਼ਨ ਕੇਬਲ ਜਾਂ ਕਹਿ ਲਓ ਐਕਸਟਰਾ ਹਾਈ ਟੈਂਸ਼ਨ ਇਹਨਾਂ ਲਈ, ਲੇਕਿਨ ਇਹ ਕਿਉਂਕਿ ਕਨੈਕਸ਼ਨਸ ਦੇ ਕੰਮ ਆਉਂਦੀ ਆ। ਅੰਡਰਗਰਾਊਂਡ ਅਗਰ ਆਪਾਂ ਨੂੰ ਯਾਰਡ ਦੇ ਵਿੱਚੋਂ ਲੈ ਕੇ ਪੈਨਲ ਕੰਟਰੋਲ ਪੈਨਲ ਤੱਕ ਅਗਰ ਕੋਈ ਸਪਲਾਈ ਲੈ ਕੇ ਆਉਣੀ ਆ, ਜਿੱਦਾਂ ਅੰਦਰ ਤੱਕ ਲੈ ਕੇ ਆਉਣੀ ਹੈ, ਜਾਂ ਸਾਨੂੰ ਟਰਾਂਸਫਾਰਮਰ ਤੋਂ ਕੁਛ ਅੰਦਰ ਬੱਸ ਬਾਰ ਤੱਕ ਲੈ ਕੇ ਜਾਣੀ ਪਵੇ ਕਿਸੇ ਮਤਲਬ ਜਿੱਥੇ ਅੰਡਰਗਰਾਊਂਡ ਸਪਲਾਈ ਆਪਾਂ ਯੂਜ਼ ਕਰਨੀ ਉੱਥੇ ਇਹ ਕੇਬਲਸ ਜਿਹੜੀਆਂ ਹਾਈ ਵੋਲਟੇਜ ਯੂਜ਼ ਕਰਦੇ ਹੈਗੇ ਆ। ਹੁਣ ਦੇਖੋ ਇੱਕ ਡਾਇਗਰਾਮ ਦੇ ਵਿੱਚ ਤੁਹਾਨੂੰ ਡਿਫਰੈਂਟ ਟਾਈਪਸ ਆਫ ਕੇਬਲ ਜਿਹੜੀਆਂ ਉਹ ਦਿਖਾਈਆਂ ਹੋਈਆਂ ਜਿਹੜੀਆਂ ਆਪਾਂ ਹੁਣ ਪੜ੍ਹੀਆਂ। ਉਹਦੇ ਵਿੱਚੋਂ ਕੁਛ ਇੱਕ ਇੱਥੇ ਡਾਇਗਰਾਮ 'ਚ ਆਪਾਂ ਪੜ੍ਹਦੇ ਹਾਂ। ਦੇਖੋ ਸਭ ਤੋਂ ਉੱਪਰਲੀ ਟੌਪ ਦੀ ਡਾਇਗਰਾਮ ਦੇਖੋ, ਉਹਦੇ ਬਿਲਕੁਲ ਥਰੜੇ ਪਾਸੇ ਦੇਖੋ ਲਿਖਿਆ ਸਿੰਗਲ ਕੋਰ VIR ਕੇਬਲ, ਠੀਕ ਹੈ, ਬ੍ਰੈਡਡ। ਦੇਖੋ ਇਹ ਕੋਰ ਜਿਹੜੀ ਸਿੰਗਲ ਕੋਰ ਕੇਬਲ ਆ ਇਹਦੇ ਉੱਤੇ ਦੇਖੋ ਪਹਿਲਾਂ ਕੰਡਕਟਰ ਆ, ਫਿਰ ਰਬੜ ਇੰਸੂਲੇਸ਼ਨ ਆ, ਫਿਰ ਸ਼ੀਟ ਆ। ਮਤਲਬ ਇਹ ਤਿੰਨ ਚੀਜ਼ਾਂ ਜਿਹੜੀਆਂ ਮੇਨ ਚਾਰ ਚੀਜ਼ਾਂ ਦਿਖਾਈਆਂ ਹੋਈਆਂ ਆ। ਇਹ ਜਿਹੜੀ ਸਿੰਗਲ ਕੋਰ ਇੱਕ ਕੰਡਕਟਰ ਆ, VIR ਕੇਬਲਸ ਹੈਗੀਆਂ ਵੈਲਕਨਾਈਜ਼ਡ ਇੰਡੀਅਨ ਰਬੜ ਜਿਹੜੀ ਇਹਨੂੰ ਕਹਿੰਦੇ ਆ। ਉਸ ਤੋਂ ਬਾਅਦ ਹੈਗਾ ਟਵਿਨ ਕੋਰ ਬੈਲਟਡ ਕੇਬਲਸ। ਹੁਣ ਦੋ ਕੋਰਸ ਆ, ਬੈਲਟਡ ਦਾ ਮਤਲਬ ਉਹਨਾਂ ਨੂੰ ਆਪਸ ਵਿੱਚ ਜੋੜਿਆ ਹੋਇਆ, ਮਤਲਬ ਆਪਸ ਵਿੱਚ ਜੋੜਿਆ ਇਹਨੇ ਕਿ ਦੋਨਾਂ ਨੂੰ ਆਪਸ ਜੋੜਿਆ ਮੀਨਸ ਇਕੱਠੀਆਂ ਕੀਤੀਆਂ ਹੋਈਆਂ। ਤੋਂ ਆਲੇ ਦੁਆਲੇ ਉਹਦੇ ਦੇਖੋ ਟੇਪ ਲਾਈ ਹੋਈ ਆ। ਜਿਹੜੀ ਸੈਕੰਡ ਡਾਇਗਰਾਮ ਆ ਇਹਦੇ ਉੱਤੇ ਦੂਜਾ ਕੰਡਕਟਰ ਜਿਹੜਾ ਪਹਿਲਾ ਇੱਕ ਹੁੰਦਾ ਕੰਡਕਟਰ ਜਿਹਤੇ ਲਿਖਿਆ, ਫਿਰ ਦੂਜਾ ਕੰਡਕਟਰ ਉੱਤੇ ਲਿਖਿਆ ਟੇਪ, ਲਿਖਿਆ ਨਾ ਟੇਪ। ਜਿਹੜੇ ਟੇਪ ਲਿਖਿਆ ਮਤਲਬ ਦੋਨੇ ਕੰਡਕਟਰ 'ਚ ਆਪਸ ਇੱਦਾਂ ਇਕੱਠੇ ਕੀਤੇ ਹੋਏ ਆ ਤਾਂ ਕਿ ਇੱਧਰ ਉੱਧਰ ਵੈਸੇ ਤਾਂ ਕੇਬਲ ਦੇ ਵਿੱਚ ਫਿਕਸ ਨੇ ਪਰ ਫਿਰ ਵੀ ਇਹਨਾਂ ਨੂੰ ਹੋਰ ਐਕਸਟਰਾ ਬਾਈਂਡਿੰਗ ਕਰਨ ਲਈ ਆਪਾਂ ਇੱਥੇ ਟੇਪ ਭੇਟੀ ਹੋਈ ਆ। ਇਹ ਹੈ ਟਵਿਨ ਕੋਰ ਬੈਲਟਡ ਕੇਬਲ। ਉਸ ਤੋਂ ਆ ਗਿਆ 3 ਕੋਰ ਬੈਲਟਡ ਕੇਬਲ। ਹੁਣ ਇਹ 'ਚ ਪਹਿਲੇ 'ਚ 2 ਸੀਗੀਆਂ, ਹੁਣ ਇਹ 'ਚ 3 ਕੋਰਸ ਹੈ, ਬਾਕੀ ਸਾਰਾ ਸੇਮ। ਫਿਰ 4 ਕੋਰ ਨਾਲ 3 ਫੇਜ਼ ਹੋ ਗਿਆ, ਇੱਕ ਨਿਊਟਰਲ ਵਾਇਰ ਵੀ ਜਾ ਰਹੀ ਆ। 4 ਕੋਰ ਕੇਬਲਸ ਆ ਗਈਆਂ। ਲਾਸਟ ਵਾਲੀ ਦੇਖੋ ਕਹਿੰਦਾ 3 ਕੋਰ ਕੇਬਲ ਵਿਦ ਸਟੀਲ ਵਾਇਰ ਅਰਮਰ। ਹੁਣ ਸਟੀਲ ਵਾਇਰ ਅਰਮਰਿੰਗ ਕੀਤੀ ਹੋਈ ਹੈ। ਮਤਲਬ ਲਾਸਟ ਵਾਲੀ ਜਿਹੜੀ ਸ਼ੀਟ ਹੈ ਉੱਪਰਲੇ ਪਾਸੇ ਦੇਖੋ ਜਿਹੜਾ ਲਾਸਟ ਜਿਹੜਾ ਹੈਗਾ ਉਸ ਤੋਂ ਬਾਅਦ ਇੱਕ ਸਟੀਲ ਦੀ ਵਾਇਰ ਜਿਹੜੀਆਂ ਅੰਦਰ ਲੰਘਾਈਆਂ ਹੋਈਆਂ ਦੇਖੋ ਸਟੀਲ ਵਾਇਰਸ ਹੈਗੇ ਨਾ ਗੋਲ ਗੋਲ ਡਾਏ ਦਿਖਾਏ ਹੋਏ ਆ। ਦਿਸ ਇਜ਼ ਅਰਮਰਿੰਗ ਹੁੰਦਾ। ਇਹਨੂੰ ਅੱਗੇ ਆਪਾਂ ਡਿਸਕਸ ਕਰਨਾ ਕੀ ਚੀਜ਼ ਹੁੰਦੀ ਹੈਗੀ ਹੈ। ਇਸ ਤਰ੍ਹਾਂ ਡਾਇਗਰਾਮ ਦੇ ਵਿੱਚ ਜਸਟ ਤੁਹਾਡੇ ਨੌਲੇਜ ਵਾਸਤੇ ਇਹ ਡਾਇਗਰਾਮ ਦਿਖਾਈ ਹੋਈ ਹੈ ਵੀ ਉਹਦੇ ਸੈਕਸ਼ਨਲ ਵਿਊ ਕਿਹੋ ਜਿਹੇ ਹੁੰਦੇ ਆ ਕੇਬਲਸ ਦੇ, ਅਤੇ ਉਹਦਾ ਵੈਸੇ ਕੇਬਲ ਜਿਹੜੀ ਉਹ ਕਿੱਦਾਂ ਦੀ ਦੇਖਣ 'ਚ ਹੁੰਦੀ ਆ। ਸਿੰਗਲ ਕੋਰ, 2 ਕੋਰ, 3 ਕੋਰ, 4 ਕੋਰ ਅਤੇ 3 ਕੋਰ ਵਿਦ ਅਰਮਰਿੰਗ। ਇਸ ਤਰ੍ਹਾਂ ਇਹ ਕੇਬਲਸ ਦੀਆਂ ਡਾਇਗਰਾਮਸ ਹੁੰਦੀਆਂ ਹੈਗੀਆਂ ਜਾਂ ਫਿਜ਼ੀਕਲੀ ਦਿਖਣ ਨੂੰ ਲੱਗਦੀਆਂ ਹੈਗੀਆਂ ਆਪਾਂ ਨੂੰ। ਹੁਣ ਹੈ ਲੋ ਟੈਂਸ਼ਨ ਜਾਂ ਇਹਨੂੰ ਆਪਾਂ LT ਕੇਬਲਸ, ਮਤਲਬ ਲੋ ਟੈਂਸ਼ਨ ਜਾਂ LT ਕੇਬਲਸ ਜਿਹੜੀਆਂ ਉਹ ਆਪਾਂ ਦੇਖੋ ਸਾਹਮਣੇ ਡਾਇਗਰਾਮ ਬਣੀ ਹੋਈ ਹੈ। ਡਾਇਗਰਾਮ ਵਿੱਚ ਦੇਖੋ ਬੜਾ ਕਲੀਅਰ ਜਿਹਾ ਡਾਇਗਰਾਮ ਆ। ਇੱਕ ਸਿੰਗਲ ਕੰਡਕਟਰ ਸੈਂਟਰ ਦੇ ਵਿੱਚ ਸਿੰਗਲ ਕੰਡਕਟਰ ਹੈ, ਟਿੰਡ ਕੋਰਡ ਹੈ, ਟਿੰਡ ਕਾਪਰ ਮਤਲਬ ਕੋਰ ਹੈਗੀ ਆ ਜਾਂ ਇਹਨੂੰ ਕਹਿ ਸਕਦੇ ਹੋ ਤੁਸੀਂ ਐਲੂਮੀਨੀਅਮ ਕੋਰ, ਜਿਹੜਾ ਵੀ ਤੁਸੀਂ ਯੂਜ਼ ਕਰਨਾ ਕੰਡਕਟਰ ਉਹ ਮਟੀਰੀਅਲ ਹੈ। ਉਸ ਤੋਂ ਬਾਅਦ ਉਹਨੂੰ ਇੰਪ੍ਰੀਗਨੇਟਡ ਪੇਪਰ ਦੇ ਨਾਲ ਮਤਲਬ ਇੱਕ ਇੰਸੂਲੇਟਡ ਪੇਪਰ ਟੇਪ ਜਿਹੜੀ ਹੁੰਦੀ ਆ ਉਹਦੇ ਨਾਲ ਆਪਾਂ ਇਹਨੂੰ ਕਵਰ ਕਰ ਦਿੱਤਾ ਕੰਡਕਟਰ ਨੂੰ। ਉਹ ਲੇਅਰ ਦਿਖਾਈ ਹੋਈ ਹੈ ਕ੍ਰਾਸ ਸੈਕਸ਼ਨ, ਇਸ ਕਰਕੇ ਤੁਹਾਨੂੰ ਦਿਖ ਰਿਹਾ ਆਲੇ ਦੁਆਲੇ ਤਾਂ ਗੋਲ ਟੇਪ ਪੇਪਰ ਟੇਪ ਜਿਹੜੀ ਆ ਉਹ ਲਵੇਟੀ ਹੋਈ ਆ। ਉਸ ਤੋਂ ਬਾਅਦ ਆ ਗਿਆ
ਲੈਡ ਸ਼ੀਟ ਹੁੰਦੀ ਆ ਜਿਹੜੀ ਆਪਾਂ ਇੰਸੂਲੇਟਿੰਗ ਟੇਪ ਲਵੇਟੀ ਹੋਈ ਆ ਉੱਪਰ ਪੇਪਰ ਟੇਪ, ਉਹਨੂੰ ਸੇਵ ਕਰਨ ਲਈ ਤਾਂ ਕਿ ਕੇਬਲ ਦੇ ਵਿੱਚ ਮੋਇਸਚਰ ਨਾ ਜਾਵੇ, ਪੇਪਰ ਦੇ ਵਿੱਚ ਮੋਇਸਚਰ ਨਾ, ਆਪਾਂ ਬਹੁਤ ਹੀ ਪਤਲੀ ਲੇਅਰ ਲੈਡ ਦੀ ਜਿਹੜੀ ਲੇਅਰ ਸ਼ੀਟ ਬਣਾ ਕੇ ਆਪਾਂ ਉਹਨੂੰ ਉਹਦੇ 'ਤੇ ਚੜਾਇਆ ਹੁੰਦਾ, ਕਵਰ ਕੀਤਾ ਹੁੰਦਾ ਪੂਰੀ ਕੇਬਲ ਨੂੰ। ਤੇ ਲਾਸਟ ਵਿੱਚ ਆ ਗਿਆ ਸਰਵਿੰਗ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਲਾਸਟ ਵਿੱਚ ਸਭ ਤੋਂ ਟੌਪ ਦਾ ਕਵਰ ਹੈ, ਦੈਟ ਮੇ ਵੀ ਰਬਰ, ਦੈਟ ਮੇ ਵੀ ਐਨੀਥਿੰਗ ਐਲਸ, ਕੁਛ ਵੀ ਮਤਲਬ ਆਪਾਂ ਜਿਹੜਾ ਇੰਸੂਲੇਟਿੰਗ ਮਟੀਰੀਅਲ ਜਿਹੜਾ ਇਹਨੂੰ ਯੂਜ਼ ਕਰ ਸਕਦੇ ਹਾਂ ਲਾਸਟ ਸਰਵਿੰਗ ਨੂੰ, ਤਾਂ ਕਿ ਜਿਹੜੀ ਸਾਡੀ ਆ ਲੈਡ ਸ਼ੀਟ ਉਹ ਸੇਫ ਰਵੇ, ਪਲੱਸ ਉਸ ਦਾ ਪੇਪਰ ਟੇਪ ਜਿਹੜੀ ਉਹਨੂੰ ਡਬਲ ਸੇਫਟੀ ਹੋ ਗਈ। ਇਸ ਤਰ੍ਹਾਂ ਇਹ ਜਿਹੜੀ ਆ LT ਕੇਬਲ ਆ ਹੁੰਦੀ ਹੈਗੀ। ਆਪਾਂ ਪੜ੍ਹਦੇ ਹੁਣ ਦੇਖੋ, ਕਹਿੰਦਾ ਕੇਬਲ ਮੇ ਹੈਵ ਵਨ ਔਰ ਮੋਰ ਦੈਨ ਵਨ ਕੋਡ ਡਿਪੈਂਡਿੰਗ ਅਪੋਨ ਦਾ ਟਾਈਪ ਆਫ ਸਰਵਿਸ ਫॉर ਵਿਚ ਇਟ ਇਜ਼ ਇੰਟੈਂਡਡ। ਜਿਸ ਪਰਪਸ ਲਈ ਕਹਿੰਦਾ ਆਪਾਂ ਇਹਨੂੰ ਯੂਜ਼ ਕਰਨਾ ਹੈਗਾ ਉਸ ਹਿਸਾਬ ਨਾਲ ਇਹਦੇ ਵਿੱਚੋਂ 1 ਕੋਰ ਜਾਂ 1 ਕੋਰ ਤੋਂ ਜ਼ਿਆਦਾ ਕੋਰਸ ਜਿਹੜੀਆਂ ਆਪਾਂ ਯੂਜ਼ ਕਰ ਸਕਦੇ ਹਾਂ। ਕਹਿੰਦਾ ਇਟ ਮੇ ਵੀ ਨੰਬਰ 1 ਸਿੰਗਲ ਕੋਰ ਔਰ ਨੰਬਰ 2 2 ਕੋਰ ਔਰ ਨੰਬਰ 3 ਕੋਰ ਔਰ ਨੰਬਰ 4 4 ਕੋਰ एक्सेट्रा। कहता फॉर ए 3 फेज सर्विस ईदर 3 सिंगल कोर केबल्स और 3 कोर केबल कैन बी यूज डिपेंडिंग अपॉन द ऑपरेटिंग वोल्टेज। कहता जां तां मतलब आप 3 फेज सर्विस देने लई जां तां आप 3 फेज सिंगल मतलब जी कोर आ 3 कोर्स ਜਿਹੜੀਆਂ ਕੇਬਲਸ ਆਪਾਂ ਯੂਜ਼ ਕਰ ਸਕਦੇ ਹਾਂ, ਜਾਂ ਕਹਿੰਦਾ ਆਪਾਂ ਕੀ ਯੂਜ਼ ਕਰਦੇ 3 ਕੋਰ ਕੇਬਲ ਜਾਂ ਇੱਕੋ ਕੇਬਲ ਦੇ ਵਿੱਚ 3 ਜਿਹੜੇ ਕੰਡਕਟਰ ਪਾਸ ਆਊਟ ਕਰਨ ਆਪਾਂ ਉਹ ਕੇਬਲ ਯੂਜ਼ ਕਰ ਸਕਦੇ। ਇਹ ਸਾਡਾ ਡਿਪੈਂਡ ਕਰਦਾ ਸਾਡੀ ਵੋਲਟੇਜ ਕਿੰਨੀ। ਜੇ ਤਾਂ ਕਈ ਵਾਰੀ ਆਪਾਂ ਕੀ ਕਰਦੇ ਹਾਂ ਬਹੁਤ ਜ਼ਿਆਦਾ ਹਾਈ ਵੋਲਟੇਜ ਹੁੰਦੀ ਆ ਤਾਂ ਆਪਾਂ ਜਿੱਦਾਂ 11 kVA ਸਪੋਜ਼ ਕਰੋ ਆਪਾਂ ਯੂਜ਼ ਕਰਨੀ ਆ ਤਾਂ ਆਪਾਂ ਕਈ ਵਾਰੀ ਸਿੰਗਲ ਕੋਰ ਵੀ ਯੂਜ਼ ਕਰ ਲੈਂਦੇ ਹਾਂ। ਸਿੰਗਲ ਕੋਰ ਇੱਕ ਫੇਜ਼ ਲਈ, ਫਿਰ ਸਿੰਗਲ ਕੋਰ ਦੂਜੇ ਫੇਜ਼ ਲਈ, ਸਿੰਗਲ ਕੋਰ ਤੀਜੇ ਫੇਜ਼ ਲਈ। ਅਗਰ ਨਹੀਂ ਵੀ ਹੋਵੇ ਤਾਂ ਆਪਾਂ ਇਕੱਠੀ ਇੱਕ 3 ਫੇਜ਼ ਕੋਰ ਵੀ ਇੱਕ ਜਗ੍ਹਾ 'ਤੇ ਲੈ ਕੇ ਜਾ ਸਕਦੇ। ਇਸ ਤਰ੍ਹਾਂ ਮਤਲਬ ਇਹ लो tension cables ਹੁੰਦੀਆਂ। कहता the cable has ordinary construction because stresses developed in the cable for low voltages up to 6600 volt are generally small। ਇਹਦਾ ਮਤਲਬ ਕੀ ਆ ਕਿ ਕਹਿੰਦਾ 66 ਕਿਲੋਵੋਲਟ ਤੱਕ ਜਿਹੜੇ ਸਟ੍ਰੈਸਿਸ ਨੇ ਜਿਹੜੇ ਕੇਬਲ ਦੇ ਉੱਤੇ ਪੈਂਦੇ ਆ ਜਾਂ ਸਾਡੇ ਇਲੈਕਟ੍ਰਿਕ ਸਟ੍ਰੈਸਿਸ ਜਿਹੜੇ ਘੱਟ ਹੁੰਦੇ ਆ ਉਹਦੇ ਕਰਕੇ ਸਾਨੂੰ ਜ਼ਿਆਦਾ ਜਿਹੜੀ ਦੀ ਕੰਸਟਰਕਸ਼ਨ ਕੰਪਲੀਕੇਟਡ ਕਰਨ ਦੀ ਲੋੜ ਨਹੀਂ, ਸਿੰਪਲ ਕੰਸਟਰਕਸ਼ਨ ਹੁੰਦੀ ਆ। ਉਸ ਤੋਂ ਕਹਿੰਦਾ ਅਗਲੀ ਲਾਈਨ 'ਚ ਦੇਖੋ ਇਟ consists of one circular core of tinned conductor a standard conductor। ਕੀ ਕਹਿੰਦਾ it consists of one circular core ਤਾਂ ਨੈਚੁਰਲ ਕਿ ਗੋਲ ਸਰਕਲ ਵਾਲੀ ਹੀ ਕੋਰ ਆਪਾਂ ਕੋਰ ਯੂਜ਼ ਕਰਨੀ ਹੈ। ਸਰਕਲ ਕੋਰ ਟਿਨ ਸਟੈਂਡਰਡ ਕਾਪਰ। ਸਟੈਂਡਰਡ ਦਾ ਮਤਲਬ ਹੈ ਬਲਦਾਰ, ਜਿੱਦਾਂ ਆਪਾਂ ਪਹਿਲਾਂ ਸਟੈਂਡਰਡ ਕੰਡਕਟਰਸ ਪੜ੍ਹੇ, ਬਲਦਾਰ ਕੰਡਕਟਰ ਜਿਹੜਾ ਆਪਾਂ ਕਾਪਰ ਕੰਡਕਟਰ ਤੇ ਜਾਂ ਐਲੂਮੀਨੀਅਮ ਕੰਡਕਟਰ ਯੂਜ਼ ਕੀਤਾ। ਉਸ ਕਹਿੰਦਾ ਇੰਸੂਲੇਟਡ ਵਿਦ ਲੇਅਰਸ ਆਫ ਇੰਪ੍ਰੀਗਨੇਟਡ ਪੇਪਰ। ਇੰਪ੍ਰੀਗਨੇਟਡ ਪੇਪਰ ਮੀਨਸ ਇੰਸੂਲੇਸ਼ਨ 'ਚ ਡਿਪ ਕੀਤਾ ਹੋਇਆ ਪੇਪਰ ਜਿਹੜਾ ਉਹ ਆਪਾਂ ਉੱਪਰ ਲਵੇਟਿਆ ਹੋਇਆ। ਕੋਈ ਵੀ ਇੰਸੂਲੇਸ਼ਨ ਵਾਰਨਿਸ਼ ਵਗੈਰਾ ਜਿੱਦਾਂ ਲੈ ਕੇ ਆਪਾਂ ਉਹਨੂੰ ਐਂ ਚੰਗੀ ਤਰ੍ਹਾਂ ਵਾਰਨਿਸ਼ ਕਰਕੇ ਪੇਪਰ ਨੂੰ ਫਿਰ ਉਹਦੀ ਟੇਪ ਬਣਾ ਕੇ ਇਹਦੇ ਉੱਤੇ ਲਵੇਟੀ ਹੁੰਦੀ ਆ। ਦਾ ਕਹਿੰਦਾ ਇੰਸੂਲੇਸ਼ਨ ਇਜ਼ ਸਰਾਊਂਡਡ ਬਾਈ ਦੀ ਲੈਡ ਸ਼ੀਟ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹ ਸਾਰਾ ਇੰਸੂਲੇਸ਼ਨ ਜਿਹੜਾ ਪੇਪਰ ਟੇਪ ਉਹਨੂੰ ਆਪਾਂ ਲੈਡ ਸ਼ੀਟ ਨਾਲ ਕਵਰ ਕੀਤਾ ਵਿਚ ਪ੍ਰੀਵੈਂਟਸ ਦਾ ਐਂਟਰੀ ਆਫ ਮੋਇਸਚਰ ਇਨਟੂ ਦਾ ਇਨਰ ਪਾਰਟਸ। ਕਿਉਂਕਿ ਉਹ ਲੈਡ ਸ਼ੀਟ ਆ ਇੱਕ ਕਹਿ ਲਓ ਲੈਡ ਦੀ ਪੂਰੀ ਜਿੱਦਾਂ ਆਪਾਂ ਕਹਿ ਲਓ ਸ਼ੀਟ ਚੜਾਈ ਹੋਈ ਉੱਪਰ, ਉਸ ਕਰਕੇ ਉਹਦੇ 'ਚ ਮੋਇਸਚਰ ਐਂਟਰ ਨਹੀਂ ਕਰ ਸਕਦਾ ਕਿਸੇ ਪਾਸਿਓਂ ਵੀ। ਉਸ ਤੋਂ ਕਹਿੰਦਾ ਇਨ ਆਰਡਰ ਟੂ ਪ੍ਰੋਟੈਕਟ ਦਾ ਲੈਡ ਸ਼ੀਟ ਫਰੋਮ ਕਰੋਜ਼ਨ। ਹੁਣ ਇਹ ਵੀ ਲੈਡ ਸ਼ੀਟ ਵੀ ਨਾ ਖਰਾਬ ਹੋ ਜਾਵੇ ਸਾਡੀ ਜੋ ਆਪਾਂ ਉੱਪਰ ਚੜਾਈ ਹੋਈ ਆ ਉਹਨੂੰ ਬਚਾਉਣ ਲਈ ਆਪਾਂ ਕਹਿੰਦੇ ਆ ਐਨ ਓਵਰਆਲ ਸਰਵਿੰਗ ਆਫ ਕੰਪਾਊਂਡਡ ਫਾਈਬਰਸ ਮਟੀਰੀਅਲ। ਕੋਈ ਵੀ ਫਾਈਬਰਸ ਮਟੀਰੀਅਲ ਜੂਟ ਜਾਂ PVC ਜਾਂ ਕੁਛ ਵੀ ਮਟੀਰੀਅਲ ਆਪਾਂ ਲਾਸਟ ਵਿੱਚ ਉਹਦੇ ਆਲੇ ਦੁਆਲੇ ਲਵੇਟਿਆ ਹੁੰਦਾ ਕੋਰ ਦੇ ਉਹਨੂੰ ਕੰਪਲੀਟ ਫਿਨਿਸ਼ਿੰਗ ਦੇਣ ਲਈ। ਸਿੰਗਲ ਕੋਰ ਕੇਬਲ ਆਰ ਨਾਟ ਯੂਜ਼ਲੀ ਅਰਮਰਡ ਦਾ ਮਤਲਬ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਟੀਲ ਰੋਡਸ, ਸਟੀਲ ਸ਼ੀਟਸ ਜਾਂ ਕਹਿ ਲਓ ਜਾਲੀ ਜਿਹੜੀ ਆ ਲੋਹੇ ਦੀ। ਤੁਸੀਂ ਕਈ ਵਾਰ ਕੇਬਲ ਖੋਲ੍ਹ ਕੇ ਦੇਖੋ ਜਿਹੜੀ ਆਪਾਂ ਛੋਟੀ ਕੇਬਲ ਬਿਲਕੁਲ ਛੋਟੀ ਤੋਂ ਛੋਟੀ ਕੇਬਲ ਆਪਾਂ ਈਵਨ ਕਹਿ ਲਓ ਇਲੈਕਟ੍ਰੋਨਿਕਸ ਵਿੱਚ ਯੂਜ਼ ਕਰਦੇ ਹਾਂ ਤਾਂ ਉਹਨੂੰ ਇੱਕ ਬਾਹਰਲੇ ਪਾਸੇ ਕਾਪਰ ਦੀ ਜਾਲੀ ਜੀ ਹੁੰਦੀ ਆ, ਉਹਨੂੰ ਉਹਨਾਂ ਨੇ ਐਜ਼ ਏ ਸੇਫਟੀ ਵੀ ਯੂਜ਼ ਕਰ ਲੈਂਦੇ ਆ ਅਤੇ ਐਜ਼ ਏ ਉਹਨੂੰ ਰਿਟਰਨਿੰਗ ਪਾਥ ਮੀਨਸ ਅਰਥਿੰਗ ਵਾਸਤੇ ਵੀ ਯੂਜ਼ ਕੀਤਾ ਜਾਂਦਾ। ਛੋਟੀਆਂ ਕੇਬਲਸ ਜਿਹੜੀਆਂ ਬਿਲਕੁਲ ਇਲੈਕਟ੍ਰੋਨਿਕਸ ਵਾਲੀਆਂ ਦੀ ਗੱਲ ਕਰਦਾ ਉਹਦੇ 'ਚ ਤੁਸੀਂ ਖੋਲ੍ਹੋ ਕਈ ਵਾਰੀ ਦੇਖੋ ਜਾਂ ਕਹਿ ਲਓ ਤੁਸੀਂ ਕਿਸੇ ਗੁਰਦੁਆਰਾ ਜਾਂ ਮਿਊਜ਼ਿਕ ਸੈਂਟਰ 'ਤੇ ਜਾਓ ਜਿਹੜੀ ਮਾਈਕ ਦੀ ਲੀਡ ਹੁੰਦੀ ਉਹ ਖੋਲ੍ਹੋ, ਉਹਦੇ ਵਿੱਚ ਵੀ ਉੱਪਰ ਅਰਮਰਿੰਗ ਕੀਤੀ ਹੁੰਦੀ ਆ, ਜਾਲੀ ਬਣਾਈ ਹੁੰਦੀ ਆ, ਉਹਨੂੰ ਰਿਟਰਨ ਪਾਥ ਵੀ ਯੂਜ਼ ਕਰਦੇ ਆ, ਮਤਲਬ ਉਹਨੂੰ ਅਰਥ ਕਰ ਦਿੰਦੇ, ਇੱਕ ਵਿੱਚ ਕੰਡਕਟਰ ਹੁੰਦਾ। ਇਸ ਤਰ੍ਹਾਂ ਇਹ ਮਤਲਬ ਅਰਮਰਿੰਗ ਇਹਦੇ ਵਿੱਚ ਕਹਿੰਦਾ ਆਪਾਂ ਨਹੀਂ ਲੋੜ ਪੈਂਦੀ ਆਪਾਂ ਨੂੰ ਕਿਉਂਕਿ ਇਹ ਜਿਹੜੀ ਵੋਲਟੇਜ ਇੰਨੀ ਹਾਈ ਨਹੀਂ, ਕਿਉਂਕਿ ਆਪਾਂ LT ਤੇ HD ਵੋਲਟੇਜ ਵਾਲੀਆਂ ਕੇਬਲਸ ਦੀ ਗੱਲ ਕਰਦੇ ਪਏ। ਠੀਕ ਹੈ, ਕਹਿੰਦਾ ਤਾਂ ਪ੍ਰਿੰਸੀਪਲ ਐਡਵਾਂਟੇਜਸ ਆਫ ਸਿੰਗਲ ਕੋਰ ਕੇਬਲ ਆਰ ਸਿੰਪਲੀ ਕੰਸਟਰਕਸ਼ਨ ਅਵੇਲੇਬਿਲਿਟੀ ਆਫ ਲਾਰਜਰ ਕਾਪਰ ਸੈਕਸ਼ਨ। ਕਹਿੰਦਾ ਜੇ ਸਿੰਗਲ ਕੋਰ ਤੁਸੀਂ ਯੂਜ਼ ਕਰਦੇ ਆ ਤਾਂ ਇੱਕ ਤਾਂ ਉਹ ਕੰਸਟਰਕਸ਼ਨ ਜਿਹੜੀ ਸਿੰਪਲ ਆ ਅਤੇ ਇੱਕ ਉਹਦੇ ਜ਼ਿਆਦਾ ਮਤਲਬ ਕਾਪਰ ਦਾ ਜਿਹੜਾ ਸੈਕਸ਼ਨ ਸਾਨੂੰ ਮਿਲ ਜਾਂਦਾ ਹੈਗਾ ਸਿੰਗਲ। ਜੇ ਉਹੀ ਮਤਲਬ ਆਪਾਂ ਉਸ ਸਾਈਜ਼ ਦੇ ਵਿੱਚ ਜਾਂ ਥੋੜ੍ਹਾ ਜਿਹਾ ਵੱਡਾ ਕਰਕੇ ਵੀ ਸਾਈਜ਼ 'ਚ 3 ਕੋਰਸ ਪਾਉਣੇ ਆ ਤਾਂ ਸਾਨੂੰ ਕਾਪਰ ਕੰਡਕਟਰ ਜਿਹੜਾ ਛੋਟਾ ਸਾਈਜ਼ ਕਰਨਾ ਪੈਂਦਾ। ਇਸ ਤਰ੍ਹਾਂ ਸਿੰਗਲ ਕੋਰ ਕੇਬਲ ਜਿਹੜੀ ਆ ਉਹਦੀ ਐਡਵਾਂਟੇਜ ਕਈ ਵਾਰੀ ਜ਼ਿਆਦਾ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਕੋਰਸ ਜਿਹੜੀਆਂ ਆਪਾਂ ਯੂਜ਼ ਕਰ ਸਕਦੇ ਹੈਗੇ।
ਹੁਣ ਨੈਕਸਟ ਆ ਦੇਖੋ ਹਾਈ ਟੈਂਸ਼ਨ ਕੇਬਲਸ। ਇਹਦੇ ਵਿੱਚ ਕਹਿੰਦਾ ਦੀਜ਼ ਕੇਬਲ ਆਰ ਯੂਜ਼ਡ ਅਪ ਟੂ 11 kV। ਹੁਣ ਜਿਹੜੀਆਂ ਲੋ ਟੈਂਸ਼ਨ ਤੇ ਹਾਈ ਟੈਂਸ਼ਨ ਕੇਬਲ ਨੂੰ ਆਪਾਂ 11 kV ਤੱਕ ਯੂਜ਼ ਕਰਦੇ ਹਾਂ, ਜਿੱਦਾਂ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਤੇ ਆਪਣੇ ਸਿਲੇਬਸ ਵਾਸਤੇ ਦੋਵਾਂ ਦੀ ਹੀ ਕੰਸਟਰਕਸ਼ਨ ਹੈਗੀ ਆ, ਇੱਕ LT ਦੀ ਇੱਕ HT ਦੀ। LT ਜਿਹੜੀ ਕੇਬਲ ਸੀ ਉਹ 400 ਤੇ 220, 400/220। ਤਾਂ ਹੁਣ ਹੈਗੀ ਆ HT ਆਪਾਂ ਯੂਜ਼ ਕਰਦੇ ਹਾਂ 11 kV ਤੱਕ। ਕਹਿੰਦਾ ਇਹ 3 core belted type ਕੇਬਲ ਇਜ਼ ਜਨਰਲੀ ਯੂਜ਼ਡ ਐਟ 11 kV। 11,000 ਵੋਲਟ ਤੱਕ ਜਿਹੜੀ ਆਪਾਂ ਯੂਜ਼ ਕਰਦੇ ਹਾਂ 3 core belted ਦਾ ਮਤਲਬ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ 3 ਕੋਰਸ ਜਿਹੜੀਆਂ ਕੰਡਕਟਰਸ ਨੇ ਤਿੰਨੇ ਉਹਨਾਂ ਨੂੰ ਆਪਸ ਵਿੱਚ ਬਾਈਂਡ ਕੀਤਾ ਹੋਇਆ, ਜੋੜਿਆ ਹੋਇਆ, ਤਾਂ ਕਿ ਉਹ ਇੱਧਰ ਉੱਧਰ ਖਿਲਰਨ ਨਾ, ਇਸ ਕਰਕੇ ਉਹਨੂੰ ਬੈਲਟਡ ਕੋਰ ਕਹਿੰਦੇ ਆ, ਬੈਲਟਡ ਟਾਈਪ ਕੇਬਲ ਕਹਿੰਦੇ ਆ। ਇਸ ਤੋਂ ਬਾਅਦ ਕਹਿੰਦਾ ਦੇਅਰ ਆਰ ਵੇਰੀਅਸ ਪਾਰਟਸ ਆਫ ਏ ਕੇਬਲ ਟੂ ਬੀ ਟੇਕਨ ਕੇਅਰ ਆਫ ਡਿਊਰਿੰਗ ਕੰਸਟਰਕਸ਼ਨ। ਜਦੋਂ ਆਪਾਂ ਕੰਸਟਰਕਸ਼ਨ ਕਰਦੇ ਹਾਂ ਤਾਂ ਹਿੱਲੀਆਂ ਜਿਹੜੀਆਂ ਕੰਪੋਨੈਂਟਸ ਜਾਂ ਪਾਰਟਸ ਹੈਗੇ ਉਹਦਾ ਆਪਾਂ ਧਿਆਨ ਵਿੱਚ ਰੱਖ ਕੇ ਫਿਰ ਕਰਦੇ ਹਾਂ। ਕਹਿੰਦਾ ਨੰਬਰ 1 ਕੰਡਕਟਰ, ਫਿਰ ਇੰਸੂਲੇਸ਼ਨ, ਨੰਬਰ 3 ਮੈਟੈਲਿਕ ਔਰ ਲੈਡ ਸ਼ੀਟ, ਫਿਰ ਬੈਡਿੰਗ, ਫਿਰ ਬੇਡਿੰਗ, ਅਰਮਰਿੰਗ ਜਿਹਨੂੰ ਆਪਾਂ ਕਹਿੰਦੇ ਹਾਂ, ਫਿਰ ਆਊਟਰ ਸ਼ੀਟ ਔਰ ਡਾਇਗਰਾਮ ਆਪਾਂ ਲਾਸਟ ਵਿੱਚ ਜਿਹੜੀ ਆਊਟਰ ਸ਼ੀਟ ਔਰ ਸਰਵਿੰਗ। ਇਸ ਤਰ੍ਹਾਂ ਇਹ 6 ਜਿਹੜੀਆਂ ਕੰਸਟਰਕਸ਼ਨ ਵਾਲਾ ਪਾਰਟ ਹੈਗੇ ਦੇ ਇਹ ਆਪਾਂ ਹੁਣ ਡਿਸਕਸ ਕਰਦੇ ਹਾਂ ਅੱਗੇ। ਦੇਖੋ ਅਲੱਗ ਦੇਖ ਰਹੀ ਹੈਗੀ ਬੜੇ ਆਰਾਮ ਨਾਲ। ਕੰਡਕਟਰਸ ਦਾ ਪੇਪਰ ਇੰਸੂਲੇਸ਼ਨ ਆ, फिर लेड शीट है, फिर बेडिंग है, फिर अर्मरिंग है, फिर फिर सर्विंग है। मतलब 4-6 पार्ट ने। पहला कंडक्टर, फिर पेपर इंसुलेटर, फिर लेड शीट, फिर बेडिंग, फिर अर्मरिंग, फिर सर्विंग। ये 6 पार्ट ਦੇ ਵਿੱਚ ਕੇਬਲ ਜਿਹੜੀ ਆ ਟੋਟਲ ਕੰਪਲੀਟ ਹੁੰਦੀ ਹੈਗੀ ਆ, ਜਿਹੜੀ HT ਕੇਬਲ ਹੁੰਦੀ ਆ। ਇਹਦਾ ਕ੍ਰਾਸ ਸੈਕਸ਼ਨ ਉਹ ਵੀ ਥੱਲੇ ਦਿਖਾਇਆ ਕੱਲਾ। ਦੇਖੋ 3 ਕੰਡਕਟਰ ਨਾ 3 ਕੋਰ, ਇਸ ਕਰਕੇ ਉਹ 3 ਜਿਹੜੇ ਕੰਡਕਟਰਸ ਆਪਾਂ ਬਣਾਏ। ਇਹਨੂੰ ਪੇਪਰ ਇੰਸੂਲੇਟਰ ਕੀਤਾ ਹੋਇਆ। ਇੱਕ ਤਾਂ ਇਹ ਪੇਪਰ ਇੰਸੂਲੇਟਰ ਕੀ ਯੂਜ਼ ਕਰਦੇ, ਇਹਨੂੰ ਆਪਾਂ ਬੈਲਟਡ ਮੀਨਸ ਇਹਨੂੰ ਆਪਾਂ ਬਾਈਂਡ ਕੀਤਾ। ਦੇਖੋ 3 ਕੰਡਕਟਰ ਆਪਸ ਇੰਸੂਲੇਸ਼ਨ ਪ੍ਰੋਵਾਈਡ ਕਰਨ ਤੋਂ ਬਾਅਦ ਲਾਸਟ ਵਿੱਚ ਬਲੈਕ ਜਿਹੜਾ ਆ ਇਹ ਆਪਾਂ ਲੈਡ ਸ਼ੀਟ ਲਾਈ ਹੋਈ ਆ, ਇਹਨੂੰ ਬਾਈਂਡ ਕੀਤਾ ਹੋਇਆ, ਮਤਲਬ ਇਕੱਠੇ ਕੀਤਾ ਹੋਇਆ। ਇਸ ਤਰ੍ਹਾਂ ਲਾਸਟ ਵਿੱਚ ਦੇਖੋ ਉੱਪਰਲੇ ਬਿਲਕੁਲ ਟੌਪ ਦੇ ਉੱਤੇ ਬਾਹਰਲੇ ਪਾਸੇ ਵੀ ਇੱਕ ਸ਼ੀਟ ਹੈਗੀ, ਉਹਨੂੰ ਆਪਾਂ ਸਰਵਿੰਗ ਕਹਿੰਦੇ ਆ। ਅਤੇ ਉਸ ਤੋਂ ਅੰਦਰਲੇ ਪਾਸੇ ਇੱਕ ਬਿਲਕੁਲ ਛੋਟੀ ਜਿਹੀ ਵਾਈਟ ਕਲਰ ਦੀ ਦੇਖੋ ਸਰਕਲ ਬਣਿਆ ਹੋਇਆ, ਉਹਨੂੰ ਆਪਾਂ ਕਹਿੰਦੇ ਆ ਅਰਮਰਿੰਗ। ਉਸ ਤੋਂ ਪਹਿਲਾਂ ਬੈਡਿੰਗ। ਠੀਕ ਹੈ, ਇਸ ਤਰ੍ਹਾਂ ਇਹ ਜਿਹੜਾ ਹੈ ਆਪਾਂ ਕੰਪਲੀਟ ਕਰਦੇ ਹੈਗੇ ਇਹਨੂੰ। ਹੁਣ ਪਹਿਲਾ ਪਾਰਟ ਹੈ ਕੰਡਕਟਰ। ਦੇਖੋ ਥੱਲੇ ਕੇਬਲ ਦੇ ਡਾਇਗਰਾਮ ਵਿੱਚ ਕੰਡਕਟਰ ਦਿਖਾਇਆ, ਬਲੈਕ 3 ਕੰਡਕਟਰਸ ਜਾ ਰਹੇ ਆ। ਕਹਿੰਦਾ ਕੰਡਕਟਰਸ ਆਰ ਦਾ ਓਨਲੀ ਪਾਵਰ ਕੈਰਿੰਗ ਪਾਥ ਇਨ ਏ ਕੇਬਲ। ਪਾਵਰ ਕੇਬਲ ਮਤਲਬ ਆਪਾਂ ਸਾਰਾ ਕੁਝ ਜੋ ਵੀ ਆਪਾਂ ਡਿਸਕਸ ਕਰ ਰਹੇ ਹਾਂ ਇਲੈਕਟ੍ਰੀਕਲ ਦੇ ਵਿੱਚ, ਕੰਡਕਟਰ ਦਾ ਕੰਮ ਹੈ ਸਿਰਫ ਕਰੰਟ ਜਾਂ ਪਾਵਰ ਨੂੰ ਕੈਰੀ ਕਰਨਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ। ਉਹਦੇ ਲਈ ਆ ਬਾਕੀ ਸਾਰਾ ਜੁਗਾੜ ਆਪਾਂ ਕੀਤਾ ਉੱਪਰ ਜੋ ਵੀ ਹੈ ਮੇਨ ਜਿਹੜਾ ਉਹ ਸਾਡਾ ਕੰਡਕਟਰ ਹੀ ਹੈ। ਅਗਰ ਇਹੀ ਓਵਰਹੈਡ ਹੁੰਦਾ ਤਾਂ ਬਾਕੀ ਦਾ ਸਾਰਾ ਪੋਰਸ਼ਨ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਸੀ। ਆਪਾਂ ਕ੍ਰਾਸ ਆਰਮਸ ਦੇ ਉੱਤੇ ਕੰਡਕਟਰ ਨੂੰ ਹੈਂਗ ਕਰਕੇ ਇੰਸੂਲੇਟਰਸ ਦੇ ਥਰੂ ਤਾਂ ਆਪਾਂ ਸਪਲਾਈ ਚਾਲੂ ਕਰ ਸਕਦੇ ਹਾਂ। ਬਟ ਇਹਦੇ ਵਿੱਚ ਕੰਡਕਟਰਸ ਨੂੰ ਵੀ ਆਪਸ 'ਚ ਸੇਵ ਕਰਨਾ ਆ ਅਤੇ ਕੰਡਕਟਰ ਤੋਂ ਹਿਊਮਨ ਬੀਇੰਗ ਨੂੰ ਵੀ ਸੇਵ ਕਰਨਾ, ਇਸ ਕਰਕੇ ਸਾਰੀ ਕੰਸਟਰਕਸ਼ਨ ਦੇ ਵਿੱਚ ਐਡ ਕੀਤਾ ਜਾਂਦਾ। ਕਹਿੰਦਾ ਕੰਡਕਟਰਸ ਆਰ ਦਾ ਓਨਲੀ ਪਾਵਰ ਕੈਰਿੰਗ ਪਾਥ ਇਨ ਦਾ ਪਾਵਰ ਕੇਬਲਸ। ਕੰਡਕਟਰਸ ਆਰ ਆਫ ਡਿਫਰੈਂਟ ਮਟੀਰੀਅਲਸ। ਅਲੱਗ ਮਟੀਰੀਅਲ ਦੇ ਕੰਡਕਟਰ ਹੋ ਸਕਦੇ ਆ। ਮੇਨਲੀ ਇਨ ਦਾ ਕੇਬਲ ਇੰਡਸਟਰੀ ਵੀ ਯੂਜ਼ ਟਿਨ, ਕਾਪਰ ਔਰ ਐਲੂਮੀਨੀਅਮ ਕੰਡਕਟਰ ਫॉर ਪਾਵਰ ਕੇਬਲਸ। ਜਾਂ ਐਲੂਮੀਨੀਅਮ ਜਾਂ ਕਾਪਰ ਦੋਨਾਂ 'ਚੋਂ ਕੋਈ ਇੱਕ ਕੰਡਕਟਰ ਮੋਸਟਲੀ ਆਪਾਂ ਵੈਸੇ ਐਲੂਮੀਨੀਅਮ ਯੂਜ਼ ਕਰਦੇ ਹਾਂ ਕਿਉਂਕਿ ਇੱਕ ਸਸਤਾ ਹੈ, ਇੱਕ ਚੋਰੀ ਹੋਣ ਦਾ ਖਤਰਾ ਘੱਟ ਹੁੰਦਾ, ਇੱਕ ਹਲਕਾ ਹੈ ਬਾਈ ਵੇਟ, ਇਸ ਕਰਕੇ ਜ਼ਿਆਦਾਤਰ ਐਲੂਮੀਨੀਅਮ ਹੀ ਯੂਜ਼ ਕੀਤਾ ਜਾਂਦਾ। ਪਰ ਕਈ ਜਗ੍ਹਾ 'ਤੇ ਸੈਂਸਿਟਿਵ ਪਾਰਟਸ ਜਾਂ ਸੈਂਸਿਟਿਵ ਜਗ੍ਹਾ 'ਤੇ ਆਪਾਂ ਟਿੰਡ ਕਾਪਰ ਮਤਲਬ ਕੰਡਕਟਰਸ ਵੀ ਯੂਜ਼ ਕਰ ਸਕਦੇ ਹਾਂ। ਦੇਅਰ ਆਰ ਡਿਫਰੈਂਟ ਟਾਈਪਸ ਆਫ ਕੰਡਕਟਰਸ ਐਜ਼ ਕਲਾਸ 1 ਸੋਲਿਡ ਕੰਡਕਟਰ ਵਿੱਚ ਜਿਹ 'ਚ ਕੰਡਕਟਰ ਜਿਹੜਾ ਸੋਲਿਡ ਹੋਏਗਾ ਮਤਲਬ ਇੱਕ ਰਿਜਿਡ ਕੰਡਕਟਰ ਹੋਏਗਾ। ਕਲਾਸ 2 ਸਟੈਂਡਰਡ ਦਾ ਮਤਲਬ ਹੁੰਦਾ ਕਿ ਉਹਦੇ ਆਪਾਂ ਸਟੈਂਡਰਡ ਬਣਾਏ ਹੋਣਗੇ। ਕਲਾਸ 5 ਦੇ ਵਿੱਚ ਹੁੰਦਾ ਫਲੈਕਸੀਬਲ। ਕਲਾਸ 6 ਹੁੰਦਾ ਐਕਸਟਰਾ ਫਲੈਕਸੀਬਲ, ਮੋਸਟਲੀ ਯੂਜ਼ਡ ਫॉर ਕੋਡਸ ਐਂਡ ਵੈਲਡਿੰਗਸ। ਜਿਹੜਾ ਐਕਸਟਰਾ ਫਲੈਕਸੀਬਲ ਜਿਹੜੇ ਤੁਸੀਂ ਵੈਲਡਿੰਗ ਸੈੱਟ ਦੇਖੇ ਉਹਨਾਂ ਦੇ ਇੱਕ ਲੀਡ ਜੀ ਹੁੰਦੀ ਹੈ ਫਲੈਕਸੀਬਲ, ਬਿਲਕੁਲ ਵਾਇਰ ਜਿੱਧਰ ਮਰਜ਼ੀ ਲੀਡ ਲੈ ਕੇ ਤੁਰੇ ਫਿਰਦੇ ਆ, ਦੈਟ ਇਜ਼ ਦਾ ਐਕਸਟਰਾ ਫਲੈਕਸੀਬਲ ਕੰਡਕਟਰ। ਠੀਕ ਹੈ। ਕੰਡਕਟਰ ਸਾਈਜ਼ਜ਼ ਆਰ ਆਈਡੈਂਟੀਫਾਈਡ ਵਿਦ ਕੰਡਕਟਰ ਰੈਜ਼ਿਸਟੈਂਸ। ਕੰਡਕਟਰ ਰੈਜ਼ਿਸਟੈਂਸ ਦੇ ਨਾਲ ਕੰਡਕਟਰ ਸਾਈਜ਼ ਜਿਹੜਾ ਆਪਾਂ ਰੈਕਟੀਫਾਈ ਕਰ ਸਕਦੇ ਹਾਂ। ਕੰਡਕਟਰ ਦੀ ਰੈਜ਼ਿਸਟੈਂਸ ਕਿੱਦਾਂ ਦੀ ਹੈਗੀ ਆ ਉਹਦੇ ਹਿਸਾਬ ਨਾਲ ਆਪਾਂ ਆਈਡੈਂਟੀਫਾਈ ਕਰਕੇ ਫਿਰ ਆਪਾਂ ਕੰਡਕਟਰ ਜਿਹੜੇ ਆ ਯੂਜ਼ ਕਰਦੇ ਹੈਗੇ ਆ। ਹੁਣ ਦੇਖੋ ਸੈਕਿੰਡ ਹੈ ਇੰਸੂਲੇਸ਼ਨ। ਕਹਿੰਦਾ ਈਚ ਕੋਰ ਔਰ ਕੰਡਕਟਰ ਇਜ਼ ਪ੍ਰੋਵਾਈਡਡ ਵਿਦ ਏ ਸੂਟੇਬਲ ਥਿਕਨੈਸ ਆਫ ਇੰਸੂਲੇਸ਼ਨ। ਮਤਲਬ ਜਿਹੜੀ ਕੰਡਕਟਰ ਦੀ ਤੋਂ ਆਪਾਂ ਉਹਦੇ ਆਲੇ ਦੁਆਲੇ ਜਿਹੜੀ ਇੰਸੂਲੇਸ਼ਨ ਦੇਣੀ ਆ ਉਹ ਪ੍ਰੋਪਰ ਸੂਟੇਬਲ ਇੰਸੂਲੇਸ਼ਨ ਉਹਦੀ ਥਿਕਨੈਸ ਹੋਣੀ ਚਾਹੀਦੀ ਆ।
ठीक है। थिकनेस ऑफ लेयर डिपेंडिंग अपॉन द वोल्टेज टू बी विस्टूड बाय द केबल, वोल्टेज से डिपेंड करता है। 11 kV ਦੀ ਕੰਡਕਟਰ ਹੈ ਤਾਂ ਉਸ ਤਰ੍ਹਾਂ ਦੀ ਇੰਸੂਲੇਸ਼ਨ ਹੋਏਗੀ, ਅਗਰ ਉਸ ਤੋਂ ਐਕਸਟਰਾ ਹਾਈ ਵੋਲਟੇਜ ਹੈ ਤਾਂ ਉਸ ਤਰ੍ਹਾਂ ਦੀ ਇੰਸੂਲੇਸ਼ਨ ਹੋਏਗੀ। ਦ ਇੰਸੂਲੇਸ਼ਨ ਮਟੀਰੀਅਲ ਯੂਜ਼ ਟੂ ਇੰਸੂਲੇਟ ਦਾ ਕੰਡਕਟਰ ਪੇਪਰ, ਵਾਰਨਿਸਡ, ਕੈਂਬਰਿਕ ਤੇ ਵੈਲਕਨਾਈਜ਼ਡ ਬਿਟੂਮਨ। ਹੁਣ ਜਿਹੜਾ ਇਹਦੇ ਵਿੱਚੋਂ ਤੁਸੀਂ ਕਹਿੰਦਾ ਤਿੰਨਾਂ ਚੋਂ ਕੋਈ ਵੀ ਜਿਹੜਾ ਯੂਜ਼ ਕਰ ਸਕਦੇ ਆ। ਵਾਰਨਿਸਡ, ਕੈਂਬਰਿਕ ਮਤਲਬ, ਉਸ ਤੋਂ ਬਾਅਦ ਵੈਲਕਨਾਈਜ਼ਡ ਬਿਟੂਮਨ ਰਬੜ ਮਤਲਬ ਹੁੰਦੀ ਹੈ ਕਿ ਇਹ, ਤੇ ਪੇਪਰ ਜਿਹੜਾ ਇੰਸੂਲੇਸ਼ਨ ਯੂਜ਼ ਕਰ ਸਕਦੇ ਪਰ ਬਟ ਇੰਪ੍ਰੀਗਨੇਟਡ ਪੇਪਰ ਇਜ਼ ਮੋਸਟਲੀ ਯੂਜ਼ਡ। ਜ਼ਿਆਦਾਤਰ ਆਪਾਂ ਵਾਰਨਿਸਡ ਕੀਤਾ ਹੋਇਆ ਪੇਪਰ ਜਿਹੜਾ ਉਹ ਯੂਜ਼ ਕਰਦੇ ਹਾਂ। ਦਾ ਇੰਸੂਲੇਟਿੰਗ ਮਟੀਰੀਅਲ ਇਜ਼ ਬੇਸਡ ਔਨ ਆਪਰੇਟਿੰਗ ਟੈਂਪਰੇਚਰ। ਹੁਣ ਜਿਹੜਾ ਇੰਸੂਲੇਟਿੰਗ ਮਟੀਰੀਅਲ ਆਪਾਂ ਯੂਜ਼ ਵੀ ਕਰਨਾ, ਦੂਜਾ ਉਹ ਟੈਂਪਰੇਚਰ 'ਤੇ ਵੀ ਡਿਪੈਂਡ ਕਰਦਾ ਕਿ ਕੇਬਲ ਦੇ ਵਿੱਚੋਂ ਜੋ ਕਰੰਟ ਪਾਸ ਹੋਏਗਾ ਤਾਂ ਉਹਦੀ ਜਿਹੜੀ ਆ ਹੀਟ ਪ੍ਰੋਡਿਊਸ ਹੋਗੀ ਉਹ ਕਿੰਨਾ ਟੈਂਪਰੇਚਰ ਤੱਕ ਜਾ ਸਕਦੀ ਆ, ਤਾਂ ਜਾਂ ਐਟਮੋਸਫੇਅਰ ਦਾ ਜਿਹੜਾ ਟੈਂਪਰੇਚਰ ਆ ਉਹ ਕਿੰਨਾ ਹੈ, ਉਹ 'ਤੇ ਵੀ ਜਿਹੜੀ ਸਾਡੀ ਇੰਸੂਲੇਸ਼ਨ ਆ ਉਹ ਡਿਪੈਂਡ ਕਰਦੀ ਹੈਗੀ ਆ। ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਡਾਇਗਰਾਮ 'ਚ ਵੀ ਲਿਖਿਆ ਹੋਇਆ, ਆਪਾਂ ਦੇਖ ਵੀ ਚੁੱਕੇ ਹਾਂ। ਕੀ ਕਹਿੰਦਾ ਮੈਟੈਲਿਕ ਔਰ ਲੈਡ ਸ਼ੀਟ, ਕਹਿੰਦਾ ਇਨ ਆਰਡਰ ਟੂ ਪ੍ਰੋਟੈਕਟ ਦਾ ਕੇਬਲ ਫਰੋਮ ਮੋਇਸਚਰ, ਗੈਸਿਸ ਐਂਡ ਅਦਰ ਡੈਮੇਜਿੰਗ ਲਿਊਕਡਸ। ਕੋਈ ਮਤਲਬ ਲਿਊਕਡ ਜਾਂ ਡੈਮੇਜ ਕਰਨ ਵਾਲਾ ਕੋਈ ਸਾਡੀ ਕੇਬਲ ਨੂੰ ਜਿਹੜਾ ਮਟੀਰੀਅਲ ਹੈਗਾ, ਕੈਮੀਕਲ ਜਿਹੜਾ ਹੈ ਜਾਂ ਕੋਈ ਮੋਇਸਚਰ ਹੈ ਇਨ ਦਾ ਸੋਇਲ। ਹੁਣ ਕਿਉਂਕਿ ਸੋਇਲ ਦੇ ਵਿੱਚ ਹੀ ਸਾਰੀਆਂ ਚੀਜ਼ਾਂ, ਕੋਈ ਅੰਡਰਗਰਾਊਂਡ ਹੈ, ਧਰਤੀ ਦੇ ਅੰਦਰ ਲੱਗੀ ਹੋਈ ਕੇਬਲ ਇਹ, ਇਨ ਦਾ ਸੋਇਲ ਐਂਡ ਐਟਮੋਸਫੇਅਰ a metallic sheet of lead or aluminium is provided over the insulation as shown in figure। ਹੁਣ ਕਹਿੰਦਾ ਜਾਂ ਤਾਂ ਲੈਡ ਦੀ ਤੇ ਜਾਂ ਅਲਮੀਨੀਅਮ ਦੀ ਕੋਈ ਇੱਕ ਸ਼ੀਟ ਜਿਹੜੀ ਆਪਾਂ ਉਹ ਮੈਟੈਲਿਕ ਸ਼ੀਟ ਜਿਹੜੀ ਆ ਉਹ ਉਹਦੇ ਉੱਤੇ ਚੜਾ ਦਿੰਦੇ ਆ ਪੇਪਰ ਦੇ ਉੱਤੇ। ਜਦੋਂ ਪੇਪਰ ਟੇਪ ਲੈਂਦੇ ਆ ਉਸ ਤੋਂ ਬਾਅਦ ਫਿਰ ਉਹ ਲੈਡ ਸ਼ੀਟ ਜਿਹੜੀ ਆਪਾਂ ਚੜਾ ਦਿੰਦੇ ਹੈਗੇ ਉਹਨੂੰ। ਤਾਂ ਜਿਹੜਾ ਤੁਸੀਂ ਬਲੋਕ ਇੱਕ ਗੱਬੇ ਪੇਪਰ ਤੇ ਇੰਸੂਲੇਟਰ ਦੇ ਤੇ ਲੈਡ ਸ਼ੀਟ ਦੇ ਗੱਬੇ ਇੱਕ ਬਲੋਕ ਦੇ ਦਿੰਦੇ, ਦੈਟ ਇਜ਼ ਓਨਲੀ ਫॉर ਮੇਕਿੰਗ ਦਾ ਸ਼ੇਪ ਆਫ ਦਾ ਕੰਡਕਟਰ ਕੇਬਲ ਰਾਊਂਡ ਸ਼ੇਪ ਪ੍ਰੋਪਰ ਦੇਣ ਲਈ ਸਾਨੂੰ ਉਹ ਵਿੱਚ ਨਾਲ ਮਟੀਰੀਅਲ ਲਾਇਆ ਹੁੰਦਾ ਤਾਂ ਕਿ ਉਹਦਾ ਕੰਡਕਟਰ ਦਾ ਜਿਹੜਾ ਕੇਬਲ ਦਾ ਜਿਹੜਾ ਆਊਟਰ ਸਰਫੇਸ ਆ ਉਹ ਬਿਲਕੁਲ ਰਾਊਂਡ ਸ਼ੇਪ ਦੇ ਵਿੱਚ ਆ ਜਾਵੇ। ਇਸ ਤਰ੍ਹਾਂ ਇਹ ਆਪਾਂ ਨੈਕਸਟ ਜਿਹੜੀ ਲੈਡ ਸ਼ੀਟ ਯੂਜ਼ ਕਰਦੇ ਹੈਗੇ ਆ। ਹੁਣ ਹੈ ਬੈਡਿੰਗ ਕੀ ਹੁੰਦੀ ਆ? ਇਨ ਆਰਡਰ ਟੂ ਪ੍ਰੋਟੈਕਟ ਦਾ ਮੈਟੈਲਿਕ ਸ਼ੀਟ। ਹੁਣ ਜਿਹੜੀ ਆਪਾਂ ਮੈਟੈਲਿਕ ਸ਼ੀਟ ਇੱਕ ਚੜਾਈ ਆ, ਹੁਣ ਇਹਦੀ ਪ੍ਰੋਟੈਕਸ਼ਨ ਦੇ ਪਹਿਲਾਂ ਕਿ ਕੰਡਕਟਰ ਦੇ ਇੱਕ ਇੰਸੂਲੇਸ਼ਨ ਪ੍ਰੋਵਾਈਡ ਕੀਤੀ, ਪਲੱਸ ਕੰਡਕਟਰ ਦੀ ਸੇਫਟੀ ਵੀ ਕੀਤੀ, ਪੇਪਰ ਟੇਪ ਲਵੇਟੀ। ਪੇਪਰ ਟੇਪ ਤੇ ਕੰਡਕਟਰ ਨੂੰ ਸੇਫ ਕਰਨੀ ਆਪਾਂ ਨੂੰ ਲੈਡ ਸ਼ੀਟ ਜਾਂ ਐਲੂਮੀਨੀਅਮ ਸ਼ੀਟ ਲਵੇਟਣੀ ਪਈ। ਹੁਣ ਉਹਦੀ ਪ੍ਰੋਟੈਕਸ਼ਨ ਲਈ ਆਪਾਂ ਬੈਡਿੰਗ ਕਰਦੇ ਹਾਂ। ਕਹਿੰਦਾ ਬੈਡਿੰਗ ਕਹਿੰਦੀ ਆ ਕੀ ਚੀਜ਼ ਹੈ? ਕਹਿੰਦਾ ਇਨ ਆਰਡਰ ਟੂ ਪ੍ਰੋਟੈਕਟ ਮੈਟੈਲਿਕ ਸ਼ੀਟ ਫਰੋਮ ਕਰੋਜ਼ਨ ਐਂਡ ਮਕੈਨੀਕਲ ਇੰਜਰੀ ਡਿਊ ਟੂ ਅਰਮਰਿੰਗ। ਹੁਣ ਜਦੋਂ ਆਪਾਂ ਅਰਮਰਿੰਗ ਕਰਨੀ ਹੈ, ਇਸ ਤੋਂ ਉੱਪਰ ਇੱਕ ਹੋਰ ਜਾਲੀ ਪਾਉਣੀ ਆ ਉਹਦੇ ਉੱਤੇ। ਹੁਣ ਜਾਲੀ ਦੇ ਨਾਲ ਸਾਡੀ ਸ਼ੀਟ ਜਾਂ ਖਰਾਬ ਨਾ ਹੋ ਜਾਵੇ ਜਾਂ ਕਹਿ ਲਓ ਦੋਨਾਂ ਦੇ ਵਿੱਚ ਇੰਸੂਲੇਸ਼ਨ ਪ੍ਰੋਵਾਈਡ ਕਰਨ ਲਈ ਸਾਨੂੰ ਹੋਰ ਮਤਲਬ ਸੇਫਟੀ ਦੇਣ ਲਈ ਸਾਨੂੰ ਅਸੀਂ ਇੱਕ ਬੈਡਿੰਗ ਕਰ ਦਿੱਤੀ ਹੈਗੀ ਆ। ਕਹਿੰਦਾ ਲੇਅਰ ਆਫ ਬੈਡਿੰਗ ਇਜ਼ ਪ੍ਰੋਵਾਈਡਡ ਓਵਰ ਸ਼ੀਟ। ਦ ਬੈਡਿੰਗ ਕੰਸਿਸਟਸ ਆਫ ਫੈਬਰਸ ਮਟੀਰੀਅਲ ਲਾਈਕ ਜੂਟ ਔਰ ਕੈਨਵਸ ਟੇਪ। ਜਾਂ ਕਹਿੰਦਾ ਕੈਨਵਸ ਟੇਪ, ਕੱਪੜੇ ਦੀ ਟੇਪ ਜਿਹੜੀ ਯੂਜ਼ ਕਰ ਸਕਦੇ ਆ, ਤੇ ਜਾਂ ਤੁਸੀਂ ਆਪਾਂ ਇਹਨੂੰ ਜੂਟ ਦੀ ਟੇਪ, ਜੂਟ ਵਗੈਰਾ ਉੱਪਰ ਪਾ ਕੇ, ਮਤਲਬ ਜਿਹਨੂੰ ਆਪਾਂ ਕਹਿੰਦਾ ਬੋਰੀ ਵਗੈਰਾ ਜਿੱਦਾਂ ਹੁੰਦੀ ਆ ਉਹ ਪਾ ਕੇ ਆਪਾਂ ਇਹਨੂੰ ਬੈਡਿੰਗ ਕਰ ਸਕਦੇ ਇਹਦੀ ਆਲੇ ਦੁਆਲੇ। ਕਿਹਦੇ ਆਲੇ ਦੁਆਲੇ? ਜਿਹੜਾ ਸਾਡਾ ਲੈਡ ਸ਼ੀਟ ਹੈਗੀ ਆ, ਤਾਂ ਕਿ ਸਾਡੀ ਲੈਡ ਸ਼ੀਟ ਜਿਹੜੀ ਉਹ ਸੇਫ ਰਹੇ। ਇਸ ਤਰ੍ਹਾਂ ਇਹ ਬੈਡਿੰਗਸ ਜਿਹੜੀਆਂ ਆਪਾਂ ਯੂਜ਼ ਕਰਦੇ ਹੈਗੇ ਆ। ਆਰਮਰਿੰਗ ਕੀ ਆ? ਦੇਖੋ, ਆਰਮਰਿੰਗ ਪ੍ਰੋਵਾਈਡਸ ਐਕਸਟਰਾ ਮਕੈਨੀਕਲ ਪ੍ਰੋਟੈਕਸ਼ਨ ਐਂਡ ਸਟਰੈਂਥ ਟੂ ਕੇਬਲ। ਇਹ ਸਿਰਫ ਆਪਾਂ ਕੇਬਲ ਨੂੰ, ਆਪਣੀ ਕੇਬਲ ਨੂੰ ਮਕੈਨੀਕਲ ਹੈਜ਼ਰਡਸ ਤੋਂ ਪ੍ਰੋਟੈਕਟ ਕਰਨ ਲਈ ਤੇ ਉਹਦੀ ਕੇਬਲ ਦੀ ਸਟਰੈਂਥ ਬਣਾਉਣ ਲਈ ਆਪਾਂ ਸਿਰਫ ਆਰਮਰਿੰਗ ਕਰਦੇ ਹਾਂ। ਕਹਿੰਦਾ ਦੇਅਰ ਆਰ ਮੇਨਲੀ GI ਵਾਇਰ ਆਰਮਰਿੰਗ, ਮਤਲਬ GI ਤਾਰ ਦੀ ਆਪਾਂ ਆਰਮਰਿੰਗ ਕਰ ਸਕਦੇ, ਜਾਲੀ ਬਣਾ ਕੇ, ਜਿੱਦਾਂ ਜਾਲੀ ਟਾਈਪ ਆਪਾਂ ਬਣਾ ਕੇ ਤੇ ਉਹਦੇ 'ਤੇ ਲੇਅਰ ਚੜਾ ਸਕਦੇ ਹਾਂ ਕੇਬਲ ਦੇ ਉੱਤੇ। ਜਾਂ ਕਹਿੰਦਾ GI ਸਟੀਲ ਸਟਿਪਸ, ਜਾਂ ਸਿੱਧੀਆਂ GI ਦੀਆਂ ਸਟਿਪਸ ਜਿਹੜੀਆਂ ਇੱਦਾਂ ਆਪਸ ਵਿੱਚ ਜੋੜ ਕੇ ਆਪਾਂ ਉਹਦੇ 'ਤੇ ਆਰਮਰਿੰਗ ਕਰ ਸਕਦੇ ਹੈਗੇ ਬੈਡਿੰਗ ਦੇ ਉੱਤੇ। ਕਹਿੰਦਾ ਇਟ ਇਜ਼ ਡਨ ਬਾਏ ਪਲੇਸਿੰਗ GI ਵਾਇਰਸ, GI ਔਰ ਸਟੀਲ ਸਟਿਪਸ ਵਨ ਬਾਏ ਵਨ ਔਨ ਇਨਰ ਸ਼ੀਟ। ਬੈਡਿੰਗ ਦੇ ਉੱਤੇ ਇੱਕ ਮਤਲਬ ਜਿੱਦਾਂ ਤੁਸੀਂ ਜਾਲੀ ਆ, ਸਪੋਜ਼ ਡਬਲ ਲੇਅਰ ਚੜਾਉਣੀ, ਪਹਿਲਾਂ ਇੱਕ ਜਾਲੀ ਦਿਓ ਫਿਰ ਦੂਜੀ, ਇੱਦਾਂ ਸਟਿਪਸ ਚੜਾਉਣੀ, ਪਹਿਲਾਂ ਇੱਕ ਵਾਰੀ ਫਿਰ ਦੂਜੀ ਸਟਿਪ। ਕਹਿੰਦਾ ਆਰਮਰਿੰਗ ਇਜ਼ ਅ process that is done mainly for providing an earthing shield to the current carrying conductors, as well as it is also used for earthing purposes of the cable for safety। ਮਤਲਬ ਇੱਕ ਤਾਂ ਆਪਾਂ ਕੇਬਲ ਦੀ ਅਰਥਿੰਗ ਕੀਤੀ ਹੋਈ ਇਹਦੇ ਥਰੂ, ਇੱਕ ਕਹਿੰਦਾ ਜਦੋਂ ਕਿ ਫਾਲਟ ਪੈ ਜਾਵੇ ਜਾਂ ਸ਼ਾਰਟ ਸਰਕਟ ਹੋ ਜਾਵੇ ਤਾਂ ਇਹ ਅਰਥ ਜਿਹੜਾ ਆ ਪ੍ਰੋਵਾਈਡ ਕਰਦਾ ਹੈਗਾ ਪਾਥ ਫॉर ਅਰਥਿੰਗ ਪਰਪਸ। ਅਰਥਿੰਗ ਕਰਨ ਲਈ ਪਾਥ ਜਿਹੜਾ ਇਹ ਅਸੀਂ ਆਰਮਰਿੰਗ ਦੇ ਥਰੂ ਲੈਂਦੇ, ਕਿਉਂਕਿ ਇਹ ਇੱਕ
ਐਲੂਮੀਨੀਅਮ ਜਾਂ GI ਵਾਇਰ ਹੁੰਦੀ ਆ। GI ਵਾਇਰ ਜਿਹੜੀ ਗੁੱਡ ਕੰਡਕਟਰ ਹੁੰਦੀ ਆ, ਇਸ ਕਰਕੇ ਕਹਿੰਦਾ ਇਹ ਆਪਾਂ ਜਦੋਂ ਅਰਥਿੰਗ ਹੁੰਦੀ ਆ ਜਾਂ ਸ਼ਾਰਟ ਸਰਕਟ ਹੁੰਦਾ ਉਦੋਂ ਆਪਾਂ ਇਹ ਐਜ਼ ਏ ਰਿਟਰਨ ਪਾਥ ਜਿਹੜਾ ਇਹ ਯੂਜ਼ ਹੁੰਦਾ ਹੈਗਾ ਅਰਨਿੰਗ ਦਾ। ਕਹਿੰਦਾ ਵੈਨ ਦੇयर ਇਜ਼ ਐਨੀ ਇੰਸੂਲੇਸ਼ਨ ਫੇਲਿਅਰ ਇਨ ਦਾ ਕੰਡਕਟਰ, ਜਦੋਂ ਕੰਡਕਟਰ ਦੀ ਇੰਸੂਲੇਸ਼ਨ ਫੇਲ ਹੋ ਜਾਂਦੀ ਕਿਸੇ ਵੀ ਕਾਰਨ ਕਰਕੇ, ਹੀਟਿੰਗ ਕਰਕੇ ਜਾਂ ਕਿਸੇ ਮਕੈਨੀਕਲ ਹੈਜ਼ਰਡ ਕਰਕੇ, ਦਾ ਫਾਲਟ ਕਰੰਟ ਗੈਟਸ ਅਨਫ ਪਾਥ ਟੂ ਫਲੋ ਥਰੂ ਦਾ ਆਰਮਰ ਇਫ ਇਟ ਇਜ਼ ਪ੍ਰੋਪਰਲੀ ਅਰਥ। ਅਗਰ ਕਹਿੰਦਾ ਅਰਮਿੰਗ ਨੂੰ ਅਸੀਂ ਚੰਗੀ ਤਰ੍ਹਾਂ ਅਰਥ ਕੀਤਾ ਹੋਏ ਤਾਂ ਜਦੋਂ ਕੋਈ ਫਾਲਟ ਪੈਂਦਾ ਤਾਂ ਇਹ ਬੜੇ ਆਰਾਮ ਨਾਲ ਜਿਹੜਾ ਫਾਲਟ ਕਰੰਟ ਹੈ ਇਹਦੇ ਥਰੂ ਦੀ ਪਾਸ ਆਊਟ ਹੋ ਜਾਂਦਾ ਹੈਗਾ। ਇਸ ਤਰ੍ਹਾਂ ਅਰਮਿੰਗ ਮਕੈਨੀਕਲ ਸੇਫਟੀ ਵੀ ਦਿੰਦੀ ਹੈ ਅਤੇ ਅਰਥ ਪਾਥ ਵੀ ਸਾਨੂੰ ਪ੍ਰੋਵਾਈਡ ਕਰਦੀ ਹੈ ਅਤੇ ਕੇਬਲ ਦਾ ਅਰਥਿੰਗ ਵੀ ਕਰਦੀ ਹੈਗੀ ਆ। ਇਸ ਤਰ੍ਹਾਂ ਇਹ ਅਰਮਿੰਗ ਜਿਹੜੀ ਆ ਯੂਜ਼ ਕਰਦੇ ਹੈਗੇ। ਹੁਣ ਹੈ ਆਊਟਰ ਸ਼ੀਟ ਔਰ ਸਰਵਿੰਗ। ਇਹ ਕੀ ਚੀਜ਼ ਆ? ਕਹਿੰਦਾ ਇਟ ਇਜ਼ ਪ੍ਰੋਵਾਈਡਡ ਓਵਰ ਦਾ ਅਰਮਰ ਫॉर ਓਵਰਆਲ ਮਕੈਨੀਕਲ, ਵੈਦਰ, ਕੈਮੀਕਲ, ਇਲੈਕਟ੍ਰੀਕਲ ਪ੍ਰੋਟੈਕਸ਼ਨ। ਮਤਲਬ ਸਾਰੀਆਂ ਪ੍ਰੋਟੈਕਸ਼ਨ ਜਿਹੜੀਆਂ ਆ ਇਹ ਸ਼ੀਟ ਕਰਦੀ ਹੈਗੀ ਆ। ਆਊਟਰ ਸ਼ੀਟ ਜਿਹੜੀ ਹੈਗੀ ਆ, ਚਾਹੇ ਉਹ ਮਕੈਨੀਕਲ ਹੋਵੇ, ਕੈਮੀਕਲ ਹੋਵੇ, ਵੈਦਰ ਹੋਵੇ, ਕੋਈ ਇਲੈਕਟ੍ਰੀਕਲ ਪ੍ਰੋਟੈਕਸ਼ਨ ਦੇਣੀ ਆ, ਕੋਈ ਦੂਜੀ ਕੇਬਲ ਲੱਗ ਦੀ ਲੰਘਦੀ ਆ, ਉਹ ਸਭ ਤੋਂ ਪਹਿਲਾਂ ਜਿਹੜੀ ਹੈ ਜਿਹੜੀ ਆਊਟਰ ਸ਼ੀਟ ਆ ਉਹਨੂੰ ਉਹ ਜਿਹੜੀ ਉਸ ਚੀਜ਼ ਨੂੰ ਸੇਫ ਕਰਦੀ ਹੈਗੀ ਆ। ਕਹਿੰਦਾ ਆਊਟਰ ਸ਼ੀਟ ਇਜ਼ ਪ੍ਰੋਟੈਕਸ਼ਨ ਆਫਰਡ ਟੂ ਦਾ ਕੇਬਲ ਨਾਟ ਮੱਚ ਇਲੈਕਟ੍ਰੀਕਲੀ ਇੰਨਾ ਇਹਦਾ ਲਿੰਕ ਨਹੀਂ ਹੈ, ਬਟ ਮੋਰ ਮਕੈਨੀਕਲੀ। ਪਰ ਮਕੈਨੀਕਲੀ ਜਿਹੜੀ ਆ ਆਊਟਰ ਸ਼ੀਟ ਜਿਹੜੀ ਆ ਸਾਡੀ ਜ਼ਿਆਦਾ ਸਟਰੋਂਗ ਹੋਣੀ ਚਾਹੀਦੀ ਹੈ, ਕਿਉਂਕਿ ਸਭ ਤੋਂ ਪਹਿਲਾਂ ਬਾਹਰ ਜਿਹੜਾ ਕੋਈ ਵੀ ਅਟੈਕ ਹੋਣਾ, ਮਕੈਨੀਕਲ ਆ, ਚਾਹੇ ਕੋਈ ਕੈਮੀਕਲ ਆ, ਚਾਹੇ ਕੋਈ ਵਾਟਰ ਆ, ਕੁਛ ਵੀ ਆ, ਸਭ ਤੋਂ ਪਹਿਲਾਂ ਆਊਟਰ ਸਰਫੇਸ ਨੇ ਉਹਨੂੰ ਟੱਚ ਕਰਨਾ ਹੈਗਾ। ਇਸ ਕਰਕੇ ਉਹ ਜਿਹੜੀ ਆ ਸਭ ਤੋਂ ਜ਼ਿਆਦਾ ਸਟਰੋਂਗ ਹੋਣੀ ਚਾਹੀਦੀ ਹੈ। ਠੀਕ ਇਸ ਤਰ੍ਹਾਂ ਇਹ ਆਊਟਰ ਸ਼ੀਟ ਜਿਹੜੀ ਆਪਾਂ ਯੂਜ਼ ਕਰ ਸਕਦੇ ਹਾਂ। ਅਤੇ ਇਸ ਤਰ੍ਹਾਂ ਜਿਹੜੇ HT ਲਾਈਨ ਦੇ ਆਪਣੇ ਕੇਬਲ ਹੈਗੀ ਆ ਉਹਦੇ ਕੰਸਟਰਕਸ਼ਨਲ ਫੀਚਰ ਸੀਗੇ ਜਿਹੜੇ ਹੁਣ ਤੱਕ ਆਪਾਂ ਡਿਸਕਸ ਕੀਤੇ ਆ। ਅੱਗੇ ਆਪਾਂ ਪੜ੍ਹਦੇ ਹੈਗੇ ਆ ਕੰਪੈਰੀਜ਼ਨ ਬਿਟਵੀਨ ਓਵਰਹੈਡ ਐਂਡ ਅੰਡਰਗਰਾਊਂਡ ਸਿਸਟਮ। ਹੁਣ ਦੇਖੋ ਲਾਸਟ ਟੌਪਿਕ ਹੈ ਤੁਹਾਡਾ ਇਹਦੇ ਵਿੱਚ ਕੰਪੈਰੀਜ਼ਨ ਬਿਟਵੀਨ ਓਵਰਹੈਡ ਐਂਡ ਅੰਡਰਗਰਾਊਂਡ ਸਿਸਟਮ। ਦੇਖੋ ਇੱਕ ਟੇਬਲ ਬਣਿਆ, ਇਹਦੇ ਵਿੱਚ ਤੁਸੀਂ ਮਤਲਬ ਇੱਕ ਪਾਰਟੀਕੂਲਰ ਦਿੱਤੇ ਹੋਏ ਆ ਅਤੇ ਉਹਦੇ ਵਿੱਚ ਉਹਦੇ ਓਵਰਹੈਡ ਅਤੇ ਅੰਡਰਗਰਾਊਂਡ ਨੂੰ ਆਪਾਂ ਕੰਪੇਅਰ ਕਰ ਸਕਦੇ ਹਾਂ। ਇੱਕ ਨੰਬਰ 'ਤੇ ਦੇਖੋ ਪਬਲਿਕ ਸੇਫਟੀ। ਓਵਰਹੈਡ ਸਿਸਟਮ ਦੇ ਵਿੱਚ ਕਹਿੰਦਾ ਘੱਟ ਹੈਗੀ ਹੈ ਕਿਉਂਕਿ ਕੰਡਕਟਰ ਬੇਅਰ ਆ ਔਰ ਚੱਲ ਰਿਹਾ ਉੱਪਰ ਸਾਹਮਣੇ। ਅੰਡਰਗਰਾਊਂਡ 'ਚ ਕਹਿੰਦਾ ਜ਼ਿਆਦਾ ਸੇਫ ਹੈ, ਇਟ ਇਜ਼ ਮੋਰ ਸੇਫ ਕਿਉਂਕਿ ਅੰਡਰਗਰਾਊਂਡ ਹੈਗਾ ਕੇਵਲ। ਇਨੀਸ਼ੀਅਲ ਕਾਸਟ ਜਿਹੜੀ ਆ ਓਵਰਹੈਡ ਸਿਸਟਮ ਦੀ ਘੱਟ ਹੈਗੀ ਆ ਅਤੇ ਅੰਡਰਗਰਾਊਂਡ ਸਿਸਟਮ ਦੀ ਜ਼ਿਆਦਾ ਹੈ। ਫਾਲਟਸ ਜਿਹੜੇ ਆ ਕਹਿੰਦਾ ਫਾਲਟਸ ਅਕਰ ਫ੍ਰੀਕੁਐਂਟਲੀ। ਓਵਰਹੈਡ ਸਿਸਟਮ ਆ ਕੋਈ ਨਾ ਕੋਈ ਮਕੈਨੀਕਲ ਹੈਜ਼ਰਡ ਹੁੰਦੀ ਰਹਿੰਦੀ ਆ, ਕੋਈ ਕੰਡਕਟਰ ਟੁੱਟ ਗਿਆ ਜਾਂ ਕੁਛ ਹੋ ਗਿਆ, ਮਤਲਬ ਫਾਲਟ ਪੈਂਦਾ ਰਹਿੰਦਾ। ਲੇਕਿਨ ਇਹਦੇ ਵਿੱਚ ਜਿਹੜਾ ਦੂਜਾ ਹੈ ਅੰਡਰਗਰਾਊਂਡ ਕਹਿੰਦਾ ਵੈਰੀ ਰੇਅਰ ਚਾਂਸਿਸ ਆਫ ਫਾਲਟਸ, ਬਹੁਤ ਘੱਟ ਚਾਂਸ ਹੁੰਦੇ ਆ। ਅਪੀਅਰੈਂਸ ਕਹਿੰਦਾ ਇਟ ਸ਼ੇਬੀ ਲੁੱਕ, ਮਤਲਬ ਭੱਦੀ ਜੀ ਲੁੱਕ ਦਿਖਦੀ ਆ, ਮਤਲਬ ਭੱਦੀ ਮੀਨਸ ਓਪਨ ਹੈ ਇਸ ਕਰਕੇ ਸਾਨੂੰ ਔਡ ਲੱਗਦੀ ਆ, ਬਟ ਉਹਦੀ ਜਿਹੜੀ ਅਪੀਅਰੈਂਸ ਹੈ ਕਿਉਂਕਿ ਗੁੱਡ ਹੈ, ਕਿਉਂਕਿ ਕੰਡਕਟਰ ਸਾਨੂੰ ਵਿਜ਼ੀਬਲ ਨਹੀਂ ਦਿਖਦੇ ਹੀ ਨਹੀਂ ਆ। ਫਲੈਕਸੀਬਿਲਿਟੀ ਜਿਹੜੀ ਆ ਇਹਦੇ ਵਿੱਚ ਜ਼ਿਆਦਾ ਹੈ ਸਿਸਟਮ ਦੇ ਵਿੱਚ ਓਵਰਹੈਡ 'ਚ, ਅਤੇ ਅੰਡਰਗਰਾਊਂਡ ਸਿਸਟਮ 'ਚ ਫਲੈਕਸੀਬਿਲਿਟੀ ਘੱਟ ਹੈ ਕਿਉਂਕਿ ਆਪਾਂ ਜਦੋਂ ਮਰਜ਼ੀ ਕੰਡਕਟਰ ਨੂੰ ਲਗਾ ਸਕਦੇ ਹਾਂ, ਚੇਂਜ ਕਰ ਸਕਦੇ ਹਾਂ, ਐਕਸਟਰਾ ਕੰਡਕਟਰ ਲਗਾ ਸਕਦੇ ਹਾਂ। ਇਹਦੇ ਵਿੱਚ ਇਸ ਤਰ੍ਹਾਂ ਨਹੀਂ ਹੈ, ਸਾਨੂੰ ਬੜੀ ਕੰਪਲੀਕੇਸ਼ਨਸ ਕ੍ਰੀਏਟ ਹੁੰਦੀਆਂ ਜਦੋਂ ਆਪਾਂ ਕੰਡਕਟਰ ਚੇਂਜ ਕਰਨਾ ਹੋਵੇ ਅੰਡਰਗਰਾਊਂਡ ਸਿਸਟਮ ਦੇ ਵਿੱਚ। ਲੋਕੇਸ਼ਨ ਆਫ ਫਾਲਟਸ, ਫਾਲਟ ਪੁਆਇੰਟ ਕੈਨ ਬੀ ਈਜ਼ੀਲੀ ਲੋਕੇਟਡ। 6ਵਾਂ ਪੁਆਇੰਟ ਜਿਹੜਾ ਲੋਕੇਸ਼ਨ ਆਫ ਫਾਲਟ ਕਹਿੰਦਾ ਓਵਰਹੈਡ ਸਿਸਟਮ ਜਲਦੀ ਸਾਨੂੰ ਫਾਲਟ ਲੱਭ ਜਾਂਦਾ ਹੈਗਾ, ਕੋਈ ਓਪਨ ਹੁੰਦਾ ਸਾਨੂੰ ਪਤਾ ਲੱਗ ਜਾਂਦਾ। ਫਾਲਟ ਪੁਆਇੰਟ ਕੈਨ ਨਾਟ ਬੀ ਈਜ਼ੀਲੀ ਲੋਕੇਟਡ। ਹੁਣ ਜਿਹੜਾ ਅੰਡਰਗਰਾਊਂਡ ਕੇਬਲ ਆ ਇਹ 'ਚ ਸਾਨੂੰ ਫਾਲਟ ਕੇਬਲ ਦੇ ਕਿਸ ਪੁਆਇੰਟ 'ਤੇ ਜਾ ਕੇ ਪਿਆ ਹੋਇਆ ਸਾਨੂੰ ਈਜ਼ੀਲੀ ਪਤਾ ਨਹੀਂ ਲੱਗਦਾ ਹੈਗਾ, ਉਹਦੇ ਲਈ ਆਪਾਂ ਨੂੰ ਟੈਸਟ ਵਗੈਰਾ ਕਰਨੇ ਪੈਂਦੇ, ਅੱਗੇ ਆਪਾਂ ਪੜ੍ਹਨਾ ਹੈਗਾ। ਰਿਪੇਅਰ ਜਿਹੜੀ ਆ ਉਹ ਓਵਰਹੈਡ 'ਚ ਜਲਦੀ ਹੋ ਆਰਾਮ ਨਾਲ ਕਰ ਸਕਦੇ, ਉਹ 'ਚ ਜਿਹੜੀ ਰਿਪੇਅਰ ਹੈ ਇੰਨੀ ਸੌਖੀ ਨਹੀਂ ਆ। ਵਰਕਿੰਗ ਵੋਲਟੇਜ 400 ਕਿਲੋ ਵੋਲਟ ਤੋਂ ਉੱਪਰ, ਓਵਰਹੈਡ ਸਿਸਟਮ ਜਿਹੜਾ 400 ਕਿਲੋ ਵੋਲਟ ਦੇ ਉੱਪਰ ਕਿਤੇ ਵੀ ਵੋਲਟੇਜ ਤੱਕ ਤੁਸੀਂ ਯੂਜ਼ ਕਰ ਸਕਦੇ ਆ, ਬਟ ਇਟ ਕੈਨ ਨਾਟ ਵਰਕ ਓਨਲੀ 66 ਕਿਲੋ ਵੋਲਟ ਡਿਊ ਟੂ ਇੰਸੂਲੇਸ਼ਨ ਡਿਫੀਕਲਟੀਜ਼ ਕਰਕੇ ਸਾਡੇ ਕੋਲ ਇੰਸੂਲੇਸ਼ਨ ਪ੍ਰੋਵਾਈਡ ਨਹੀਂ ਹੁੰਦਾ ਇੰਨੀ ਹਾਈ ਵੋਲਟੇਜ 'ਤੇ, ਇਸ ਕਰਕੇ ਆਪਾਂ ਇਹਨਾਂ ਨੂੰ ਛੱਡ ਕੇ ਵੀ ਤੱਕ ਹੀ ਮੋਸਟਲੀ ਯੂਜ਼ ਕਰਦੇ ਹੈਗੇ ਆ। ਲਾਈਟਨਿੰਗ ਥੰਡਰਸ ਜਿਹੜੀਆਂ ਹੈਗੀਆਂ ਇਹਦੇ ਵਿੱਚ ਜ਼ਿਆਦਾ ਚਾਂਸਿਸ ਹੁੰਦੇ ਓਵਰਹੈਡ ਸਿਸਟਮ 'ਚ, ਤਾਂ ਅੰਡਰਗਰਾਊਂਡ ਸਿਸਟਮ 'ਚ ਘੱਟ ਚਾਂਸ ਹੁੰਦਾ ਹੈਗਾ। ਸਪਲਾਈ ਇੰਟਰਪਸ਼ਨ ਅੰਡਰਗਰਾਊਂਡ ਸਿਸਟਮ ਓਵਰਹੈਡ ਸਿਸਟਮ 'ਚ ਜ਼ਿਆਦਾ ਹੁੰਦੀ ਆ, ਇੰਟਰਪਟ ਹੁੰਦੀ ਹੈ, ਅਤੇ ਅੰਡਰਗਰਾਊਂਡ ਸਿਸਟਮ 'ਚ ਘੱਟ ਇੰਟਰਪਟ ਹੁੰਦੀ ਹੈਗੀ ਆ। ਅਤੇ ਫ੍ਰੀਕੁਐਂਸੀ ਆਫ ਐਕਸੀਡੈਂਟ ਜਿਹੜਾ ਕਿਉਂਕਿ ਕੰਡਕਟਰਸ ਓਪਨ ਨੇ, ਸਿਸਟਮ ਸਾਰਾ ਓਪਨ ਆ, ਇਸ ਕਰਕੇ ਜਿਹੜਾ ਓਵਰਹੈਡ ਸਿਸਟਮ 'ਚ ਜ਼ਿਆਦਾ ਐਕਸੀਡੈਂਟ ਦੇ ਚਾਂਸਿਸ ਨੇ ਅਤੇ ਅੰਡਰਗਰਾਊਂਡ 'ਚ ਬਿਲਕੁਲ ਘੱਟ ਚਾਂਸਿਸ ਨੇ। ਇੰਟਰਫੇਅਰੈਂਸ ਵਿਦ ਦ ਕਮਿਊਨੀਕੇਸ਼ਨ ਸਿਸਟਮ ਕਹਿੰਦਾ ਮੋਰ ਚਾਂਸਿਸ ਇਟ ਇੰਟਰਫੇਅਰਸ ਵਿਦ ਕਮਿਊਨੀਕੇਸ਼ਨ ਸਿਸਟਮ, ਕਿਹੜਾ ਓਵਰਹੈਡ। ਅਤੇ ਦੂਜਾ ਜਿਹੜਾ ਨੋ ਇੰਟਰਫੇਅਰੈਂਸ ਵਿਦ ਕਮਿਊਨੀਕੇਸ਼ਨ, ਉਹਦੇ ਵਿੱਚ ਕਮਿਊਨੀਕੇਸ਼ਨ ਸਿਸਟਮ ਨਾਲ ਇੰਟਰਫੇਅਰ ਨਹੀਂ ਕਰਦਾ ਹੈਗਾ, ਅਤੇ ਓਵਰਹੈਡ ਸਿਸਟਮ ਕਮਿਊਨੀਕੇਸ਼ਨ ਸਿਸਟਮ ਨਾਲ ਦੇ ਵਿੱਚ ਇੰਟਰਫੇਅਰ ਕਰਦਾ। ਇੰਸੂਲੇਸ਼ਨ ਕਾਸਟ ਜਿਹੜੀ ਆ ਇਹਦੀ
ਲੈਸ ਹੈਗੀ। ਕੋਈ ਕੰਡਕਟਰਸ ਜਿਹੜੇ ਆ ਹੈਂਗ ਕੀਤੇ ਹੁੰਦੇ ਆ ਕ੍ਰੋਸ ਆਰਮ ਦੇ ਵਿੱਚ ਓਪਨ, ਤੇ ਬਟ ਜਿਹੜੇ ਦੂਜਾ ਅੰਡਰਗਰਾਊਂਡ ਸਿਸਟਮ ਹੈ ਕਹਿੰਦਾ ਮੋਰ ਇਨ ਸੋਲਿਊਸ਼ਨ ਕਾਸਟ ਅੰਡਰਗਰਾਊਂਡ ਕੇਬਲਸ ਆਰ ਪ੍ਰੋਵਾਈਡਡ ਵਿਦ ਦ ਵੇਰੀਅਸ ਰੈਪਿੰਗਸ ਆਫ ਹਾਈ ਗ੍ਰੇਡ ਟੇਪ ਐਕਸਟ੍ਰੈਕਟਾ। ਮਤਲਬ ਉਹਦੇ ਵਿੱਚ ਇਨਸੂਲੇਸ਼ਨ ਦੀ ਪ੍ਰੋਬਲਮ ਸਾਨੂੰ ਜ਼ਿਆਦਾ ਆਉਂਦੀ ਹੈਗੀ ਆ ਅੰਡਰਗਰਾਊਂਡ ਕੇਬਲਸ ਦੇ ਵਿੱਚ, ਜ਼ਿਆਦਾ ਸਾਨੂੰ ਟੇਪਸ ਵਗੈਰਾ ਲਪੇਟਣੀਆਂ ਪੈਂਦੀਆਂ, ਹਾਈ ਵੋਲਟੇਜ 'ਤੇ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈਗਾ। ਉਸ ਤੋਂ ਬਾਅਦ ਹੈ ਇਰੈਕਸ਼ਨ ਕਾਸਟ ਜਿਹੜੀ ਆ, ਜਿਹੜਾ ਓਵਰਹੈਡ ਸਿਸਟਮ ਇਰੈਕਸ਼ਨ ਦਾ ਮਤਲਬ ਨਾ ਲਗਾਉਣਾ, ਫਿੱਟ ਕਰਨਾ, ਕੋਈ ਨਵੀਂ ਚੀਜ਼ ਬਣਾਉਣੀ। ਕਹਿੰਦਾ ਕਿ ਜਿਹੜਾ ਓਵਰਹੈਡ ਸਿਸਟਮ ਆ ਇਹਦੇ ਵਿੱਚ ਸਾਨੂੰ ਥੋੜ੍ਹੀ ਇਹ ਜ਼ਿਆਦਾ ਸੌਖਾ ਹੈ ਦੂਜੇ ਅੰਡਰਗਰਾਊਂਡ ਸਿਸਟਮ ਨਾਲੋਂ ਫਿੱਟ ਕਰਨਾ। ਅਗਰ ਆਪਾਂ ਕੋਈ ਉਹ ਲਾਈਨ ਡਰਾ ਕਰਨੀ ਆ, ਲਾਈਨ ਲੈ ਕੇ ਜਾਣੀ ਆ, ਤਾਂ ਮੰਨ ਲਓ ਓਵਰਹੈਡ ਲਾਈਨ ਹੈ ਤਾਂ ਜਲਦੀ ਆਪਾਂ ਇਰੈਕਟ ਕਰ ਸਕਦੇ ਹੈਗੇ ਆ ਓਵਰਹੈਡ ਜਿਹੜੀ ਆ ਅੰਡਰਗਰਾਊਂਡ ਨਾਲੋਂ। ਇਸ ਤਰ੍ਹਾਂ ਇਹ ਕੰਪੈਰੀਜ਼ਨ ਹੈ। ਯੂਜ਼ੇਜ ਜਿਹੜੇ ਕਹਿੰਦਾ ਦਿਸ ਇਜ਼ ਯੂਜ਼ ਫॉर ਲੌਂਗ ਡਿਸਟੈਂਸ ਐਂਡ ਲਾਰਜ ਚਾਰਜਿੰਗ ਕਰੰਟ ਆਫ ਹਾਈ ਵੋਲਟੇਜ ਲਿਮਿਟਸ ਦਾ ਯੂਜ਼ ਆਫ ਲੌਂਗ ਡਿਸਟੈਂਸ ਟਰਾਂਸਮਿਸ਼ਨਸ। ਆਪਾਂ ਜਿਹੜੀਆਂ ਅੰਡਰਗਰਾਊਂਡ ਕੇਬਲਸ ਆ ਲੌਂਗ ਡਿਸਟੈਂਸ ਟਰਾਂਸਮਿਸ਼ਨ ਲਈ ਨਹੀਂ ਯੂਜ਼ ਕਰ ਸਕਦੇ, ਈਵਨ ਡਿਸਟ੍ਰੀਬਿਊਸ਼ਨ ਪਰਪਸ ਲਈ ਵੀ ਜ਼ਿਆਦਾ ਡਿਸਟੈਂਸ 'ਤੇ ਨਹੀਂ ਯੂਜ਼ ਕਰਦੇ। ਬਟ ਜਿਹੜੀਆਂ ਓਪਨ ਸਿਸਟਮ ਹੈ ਜਿਹਨੂੰ ਆਪਾਂ ਓਵਰਹੈਡ ਸਿਸਟਮ ਕਹਿੰਦੇ ਆ, ਇਹ ਲੌਂਗ ਡਿਸਟੈਂਸ 'ਤੇ ਆਰਾਮ ਨਾਲ ਕੀਤਾ ਜਾ ਸਕਦਾ। ਇਸ ਤਰ੍ਹਾਂ ਇਹ ਆਪਾਂ ਸਾਰਾ ਜਿਹੜਾ ਅੰਡਰਗਰਾਊਂਡ ਅਤੇ ਓਵਰਹੈਡ ਸਿਸਟਮ ਕੰਪੇਅਰ ਕਰ ਸਕਦੇ ਇੱਕ ਦੂਜੇ ਦੀਆਂ ਉਹਦੀਆਂ ਜੋ ਪ੍ਰੋਪਰਟੀਜ਼ ਹੈਗੀਆਂ ਜਾਂ ਉਹਦੇ ਹਿਸਾਬ ਨਾਲ। ਇਸ ਤਰ੍ਹਾਂ ਇਹ ਕੇਬਲ ਦਾ ਪੋਰਸ਼ਨ ਆਪਾਂ ਅੱਜ ਪੜ੍ਹਿਆ ਹੈਗਾ, ਥੋੜ੍ਹਾ ਜਿਹਾ ਰਹਿ ਗਿਆ, ਉਹ ਆਪਾਂ ਫਿਰ ਨੈਕਸਟ ਟਾਈਮ ਪੜ੍ਹਾਂਗੇ।